साध संगत भागां वाले हो जो संध्या समय तो धन गुरु ग्रंथ साहिब सच्चे पातशाह जी दे हजूर जुड़ बैठ के मेरी पीरी दे मालक छेवें पातशाह धन धन गुरु हरगोबिंद सच्चे पातशाह जी का पावन प्रकाश गुरपुरब मना रहे हाँ। सो दस रहे दी कीर्तन की इतनी कुछ सेवा आप जी ने प्रवान करनी। हुण साडे विच साडे अति सत्कारयोग भाई साहब भाई बलदेव सिंह जी हैड ग्रंथी गुरुद्वारा नानकपुर साहब तो वो आप जी नूं अगले 1 घंटे वास्ते गुरु इतिहास की कथा दे नाल जोड़न का यतन करनगे, श्रवण कराउणगे जी। सो आओ सारे बड़े प्यार सत्कार दे नाल भाई साहब होरां पासों गुरु इतिहास की कथा श्रवण करिए जी। वाहिगुरू जी का खालसा वाहिगुरू जी की फतेह। सतनाम वाहिगुरु जी। सा धरती भई हरियावली, जिथे मेरा सतगुर बैठा आए। से जंत भये हरियावली, जिन्नी मेरा सतगुर देखिया जाए। धन धन पिता धन धन कुल, धन धन सो जननी, जिन गुरु जनिया माए। धन धन गुरु जिन नाम आराध्या, आप तरिया जिनी डिठा तिना लै छड़ाए। हर सतगुर मेलो दया कर, जन नानक धोवै पाए। हर सतगुर मेलो दया कर, जन नानक धोवै पाए। 11 जहूर हाजरा हजूर, सर्व कला भरपूर, चवर छतर तखत दे मालक। दसां पातशाहियां दी जोत जुगो जुग अटल। धन धन साहिब श्री गुरु ग्रंथ साहिब जी दी पवित्र पावन हजूरी अंदर विराजमान परम सन्मान योग गुरु की साजी नवाजी साध संगत जी। आप जी वड भागे हो, गुरु साहिब जी दी पावन हजूरी अंदर बैठ करके गुरबाणी दा मनोहर कीर्तन सरवण करते हुए अपना जन्म सफल बना रहे हो। सारे मिल के बड़े प्यार सत्कार दे नाल फतेह बुलाओ जी। वाहिगुरू जी का खालसा वाहिगुरू जी की फतेह। बड़े ही प्यार सत्कार दे नाल हजूरी रागी साहब आप जी नूं कीर्तन सरवण करा रहे सन। हुण आपां सारियां ने ही जो समा अकाल पुरख ने बख्शिश कीता, अज गुरुद्वारा सिंह सभा हडसन लाइन विखे धन धन श्री गुरु हरगोबिंद साहिब महाराज जी दे प्रकाश गुरपुरब नूं समर्पित ये सुंदर दीवान सजे हैं। धन धन श्री गुरु हरगोबिंद साहिब महाराज जी नूं जिथे आपां अज याद करना है, कुछ समा कुछ मिनट आपां सिख कौम दे पंथ दे महान जरनैल बाबा बंदा सिंह बहादुर नूं भी याद करना है, क्योंकि उन्हां दा अज शहीदी दिहाड़ा है। असीं हुणे हुणे बाणी दे विचों शब्द पढ़िया कि वो धरती भागां वाली जिथे गुरु अपने चरण पावे, जिथे गुरु जाके बह जावे।
ਉਹ ਸੇਵਕ ਭਾਗਾਂ ਵਾਲੇ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ। ਤੇ ਪਿਤਾ ਜਿਹੜਾ ਉਹ ਧਨਤਾ ਜੋਗ, ਤੇ ਮਾਤਾ ਧਨਤਾ ਜੋਗ, ਤੇ ਕੁਲ ਧਨਤਾ ਜੋਗ, ਤੇ ਗੁਰੂ ਵੀ ਧਨਤਾ ਜੋਗ ਹੈ। ਤੇ ਜਿਹੜੇ ਗੁਰੂ ਦੇ ਸਿੱਖ ਹਨ ਉਹ ਵੀ ਧਨਤਾ ਜੋਗ ਹਨ। ਜਦੋਂ ਅਸੀਂ ਗੱਲ ਕਰਦੇ ਹਾਂ ਧਰਤੀ ਦੀ, ਤੇ ਧਰਤੀ ਜਿਹੜੀ ਹੈ ਇਹ ਨਗਰ ਹੈ ਵਡਾਲੀ, ਜਿਹਨੂੰ ਕਹਿੰਦੇ ਸਨ ਨੱਥਾਂ ਦੀ ਵਡਾਲੀ। ਇਹਨਾਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਦੇ ਸਾਡੇ ਪਿੰਡ ਵੀ ਆਓ ਨਾ, ਕਦੇ ਆਪਣੇ ਚਰਨ ਪਾ ਕੇ ਸਾਡੇ ਨਗਰ ਨੂੰ ਵੀ ਪਵਿੱਤਰ ਕਰੋ। ਤੇ ਇਹ ਹੁਣ ਸਮਾਂ ਆਇਆ, ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਪਰਿਵਾਰ ਸਮੇਤ ਇਸ ਨਗਰ ਦੇ ਵਿੱਚ ਪਹੁੰਚਦੇ ਹਨ। ਤੇ ਜਦੋਂ ਗੁਰੂ ਚਰਨ ਪਾਉਂਦੇ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇੱਥੇ ਪ੍ਰਕਾਸ਼ ਹੁੰਦਾ ਹੈ, ਤੇ ਇਹ ਜਿਹੜੀ ਧਰਤੀ ਹੈ ਭਾਗਾਂ ਵਾਲੀ ਹੋ ਜਾਂਦੀ ਹੈ। ਇਸ ਨਗਰ ਦਾ ਨਾਂ ਗੁਰੂ ਕੀ ਵਡਾਲੀ ਹੋ ਜਾਂਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਵਿਆਹ ਆਨੰਦ ਕਾਰਜ ਸੰਮਤ 1636 ਦੇ ਵਿੱਚ ਹੋਇਆ। ਮੌ ਪਿੰਡ ਦੇ ਵਿੱਚ, ਤਹਿਸੀਲ ਫਲੌਰ ਹੈ, ਜਲੰਧਰ ਦੇ ਲਾਗੇ। ਜਦੋਂ ਗੁਰੂ ਸਾਹਿਬ ਜੀ ਵਿਆਹਣ ਗਏ ਤਾਂ ਉਹਨਾਂ ਨੇ ਆਖਿਆ ਸੀ ਸਾਡੇ ਪਿੰਡ ਦਾ ਰਿਵਾਜ ਹੈ ਕਿ ਕਿੱਲਾ ਪੁੱਟਣਾ ਪੈਂਦਾ ਹੈ। ਉਹਨਾਂ ਨੇ ਇੱਕ ਜੰਡ ਦੇ ਰੁੱਖ ਨੂੰ ਛਾਂਗ ਕੇ ਉੱਤੋਂ ਕਿੱਲੀ ਨੁਮਾ ਕਰ ਦਿੱਤਾ ਹੈ, ਤੇ ਜੜ੍ਹਾਂ ਬੜੀਆਂ ਡੂੰਘੀਆਂ ਨੇ। ਗੁਰੂ ਸਾਹਿਬ ਜੀ ਘੋੜੇ 'ਤੇ ਸਵਾਰ ਹੋ ਕੇ ਨੇਜਾ ਹੱਥ ਵਿੱਚ ਲੈ ਕੇ ਉਸ ਦਰਖਤ ਦੇ ਜੜ੍ਹਾਂ ਵਿੱਚ ਮਾਰਦੇ ਨੇ, ਜਿਹਨੂੰ ਬਾਹਰੋਂ ਕਿੱਲੇ ਦੀ ਸ਼ਕਲ ਦਿੱਤੀ ਹੋਈ ਸੀ, ਤੇ ਜੜ੍ਹਾਂ ਸਮੇਤ ਪੁੱਟ ਕੇ ਨਾਲ ਹੀ ਲੈ ਜਾਂਦੇ ਨੇ। ਐਸੇ ਨਿਸ਼ਾਨੇਬਾਜ਼ ਸਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਵਿਆਹ ਆਨੰਦ ਕਾਰਜ ਹੋਇਆ ਤੇ ਬੜਾ ਲੰਮਾ ਸਮਾਂ ਬੀਤ ਗਿਆ। ਤਕਰੀਬਨ ਉਸ ਦਿਨ ਵਿਆਹ ਆਨੰਦ ਕਾਰਜ ਨੂੰ 16 ਸਾਲ ਹੋ ਗਏ ਸਨ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪ੍ਰਕਾਸ਼ਮਾਨ ਹੋਏ। 16 ਸਾਲ ਕਹਿ ਲੈਣੇ ਸੌਖੇ ਨੇ, ਪਰ ਜਦੋਂ ਬੀਤਦੇ ਨੇ ਤੇ ਬੜਾ ਲੰਮਾ ਸਮਾਂ ਹੈ। ਕਈਆਂ ਨੇ ਤਾਨੇ ਮਿਹਣੇ ਦਿੱਤੇ ਹੋਣਗੇ, ਹੁਣ ਤੇ 2-4 ਸਾਲ ਹੀ ਕਿਸੇ ਦੇ ਬਾਲ ਨਾ ਹੋਵੇ ਤੇ ਲੋਕ ਤਾਨੇ ਮਿਹਣੇ ਦੇਣ ਲੱਗ ਜਾਂਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਛੋਟੇ ਸਪੁੱਤਰ ਨੇ, ਤੇ ਪ੍ਰਿਥੀ ਚੰਦ ਜੀ ਵੱਡੇ ਸਪੁੱਤਰ ਨੇ। ਪ੍ਰਿਥੀ ਚੰਦ ਦੀ ਘਰ ਵਾਲੀ ਹੈ ਬੀਬੀ ਕਰਮੋ। ਤੇ ਗੁਰੂ ਸਾਹਿਬ ਜੀ ਦਾ ਆਨੰਦ ਕਾਰਜ ਹੋਇਆ ਮਾਤਾ ਗੰਗਾ ਜੀ ਦੇ ਨਾਲ। ਇੱਕ ਦਿਨ ਕੀ ਹੋਇਆ ਕਿ ਇੱਕ ਸੇਵਕ ਦਰਸ਼ਨ ਕਰਨ ਆਇਆ, ਤੇ ਗੁਰੂ ਸਾਹਿਬ ਜੀ ਵਾਸਤੇ ਤੇ ਉਹਨੇ ਬਸਤਰ ਲਿਆਂਦੇ ਹੀ। ਉਹਨੇ ਇੱਕ ਬੜਾ ਸੋਹਣਾ ਕੀਮਤੀ ਸੂਟ ਮਾਤਾ ਜੀ ਵਾਸਤੇ ਵੀ ਲੈ ਕੇ ਆਂਦਾ। ਬੇਨਤੀ ਕੀਤੀ ਕਿ ਗਰੀਬ ਦੀ ਇੱਛਾ ਹੈ ਕਿ ਇਹ ਬਸਤਰ ਤੁਸੀਂ ਸਿਲਾ ਕੇ ਪਹਿਨੋ, ਤੇ ਮਾਤਾ ਜੀ ਵੀ ਪਹਿਨੇ। ਉਸ ਦਿਨ ਕੇਸੀ ਇਸ਼ਨਾਨ ਕਰਕੇ ਮਾਤਾ ਗੰਗਾ ਨੇ ਉਹ ਬਸਤਰ ਪਹਿਨੇ ਹੋਏ ਸਨ। ਜਦੋਂ ਵਾਲ ਪਿੱਛੇ ਨੂੰ ਸੁੱਟੇ ਨੇ, ਤੇ ਕੁਝ ਛਿੱਟਾਂ ਜਿਹੜੀਆਂ ਸਨ ਉਹ ਬੀਬੀ ਕਰਮੋ ਦੇ ਘਰ ਵੱਲ ਨੂੰ ਗਈਆਂ ਤੇ ਉਹਦੇ ਉੱਤੇ ਪਈਆਂ। ਉਹਨੇ ਆਪ ਸ਼ਬਦ ਬੋਲੇ। ਫਿਰ ਕਈ ਇਤਿਹਾਸਕਾਰ ਲਿਖਦੇ ਨੇ, ਇੱਕ ਦਿਨ ਬਸਤਰਾਂ ਨੂੰ ਹਵਾ ਲਗਾਈ ਜਾ ਰਹੀ ਸੀ, ਧੁੱਪ ਲਗਾਈ ਜਾ ਰਹੀ ਸੀ, ਤੇ ਬੀਬੀ ਕਰਮੋ ਦੇਖ ਕੇ ਸੜ ਬਲ ਕੇ ਕੋਲੇ ਹੋ ਗਈ, ਉਦਾਸ ਹੋ ਕੇ ਬੈਠ ਗਈ। ਜਦੋਂ ਪ੍ਰਿਥੀ ਚੰਦ ਆਇਆ, ਉਹਨੇ ਪੁੱਛਿਆ ਉਦਾਸੀ ਦਾ ਕਾਰਨ ਕੀ ਹੈ, ਤੇ ਉਸ ਨੇ ਅੱਗੋਂ ਜਵਾਬ ਦਿੱਤਾ ਵੀ ਤੁਸੀਂ
ਗੁਰੂ ਪਿਤਾ ਦੀ ਸੇਵਾ ਨਹੀਂ ਕੀਤੀ, ਉਹਨਾਂ ਦਾ ਹੁਕਮ ਨਹੀਂ ਮੰਨਿਆ, ਜਿਸ ਕਰਕੇ ਗੁਰਤਾ ਗੱਦੀ ਤੁਹਾਨੂੰ ਮਿਲੀ ਨਹੀਂ। ਤੁਹਾਡਾ ਛੋਟਾ ਭਰਾ ਗੁਰਤਾ ਗੱਦੀ ਲੈ ਗਿਆ ਤੇ ਅੱਜ ਦੇਖੋ ਕਿੰਨੇ ਲੋਕ ਉਹਨਾਂ ਨੂੰ ਆ ਕੇ ਨਮਸਕਾਰਾਂ ਕਰਦੇ ਨੇ, ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਅਰਪਣ ਕਰਦੇ ਨੇ। ਤੇ ਪ੍ਰਿਥੀ ਚੰਦ ਨੇ ਪਤਾ ਕੀ ਜਵਾਬ ਦਿੱਤਾ? ਕਹਿਣ ਲੱਗਾ, ਭਾਗਾਂ ਵਾਲੀਏ, ਇਹਨਾਂ ਨਿਰਾਸ਼ ਨਾ ਹੋਇਆ ਕਰ। ਇਹਨਾਂ ਦੇ ਘਰ ਕਿਹੜਾ ਕੋਈ ਬਾਲ ਹੈ? ਇਹਨਾਂ ਜਹਾਨ ਤੋਂ ਔਂਤਰੇ ਹੀ ਜਾਣਾ ਹੈ। ਆਪਣੇ ਪੁੱਤਰ ਨੇ, ਮਿਹਰਬਾਨ ਨੇ ਇਸ ਗੱਦੀ ਤੇ ਬਿਰਾਜਮਾਨ ਹੋਣਾ ਤੇ ਜਿੰਨੀਆਂ ਵੀ ਵਸਤਾਂ ਤੂੰ ਦੇਖਦੀ ਹੈ ਇਹ ਆਪਣੇ ਘਰ ਵਿੱਚ ਹੀ ਆਉਣੀਆਂ ਨੇ, ਨਿਰਾਸ਼ ਨਾ ਹੋਇਆ ਕਰ। ਇਹ ਸਾਰੀਆਂ ਗੱਲਾਂ ਨਾ ਜਿਹੜੀ ਪ੍ਰਿਥੀ ਚੰਦ ਦੇ ਘਰ ਬੀਬੀ ਕੰਮ ਕਰਦੀ ਹੈ ਹੈਲਪਰ ਦੇ ਤੌਰ ਤੇ, ਅੱਜ ਵੀ ਕਈ ਲੋਕਾਂ ਦੇ ਘਰ ਬੀਬੀਆਂ ਹੈਲਪ ਤੌਰ ਤੇ ਕੰਮ ਕਰਦੀਆਂ ਨੇ। ਕੰਮ ਕਰਨਾ ਕੋਈ ਉਲਾਂਭਾ ਨਹੀਂ ਹੈ, ਆਪਣੇ ਮਿਹਨਤ ਹੈ ਹੱਥਾਂ ਦੀ। ਕੰਮ ਕੋਈ ਵੀ ਹੋਵੇ ਮਾੜਾ ਨਹੀਂ ਹੈ। ਕੰਮ 10 ਨੌਂ ਦੀ ਕਿਰਤ ਹੋਣੀ ਚਾਹੀਦੀ ਹੈ, ਕੋਈ ਵੀ ਹੋਵੇ। ਉਹ ਹੈਲਪ ਤੌਰ ਤੇ ਕੰਮ ਕਰਨ ਆਉਂਦੀ ਹੈ, ਸਾਰਾ ਦਿਨ ਕੰਮ ਕਰਦੀ ਹੈ। ਇਸੇ ਤਰ੍ਹਾਂ ਇੱਕ ਬੀਬੀ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵੀ ਕੰਮ ਕਰਦੀ ਹੈ। ਪ੍ਰਿਥੀ ਚੰਦ ਦੇ ਘਰੋਂ ਉਸ ਬੀਬੀ ਨੇ ਸਾਰੀਆਂ ਗੱਲਾਂ ਸੁਣੀਆਂ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਜਿਹੜੀ ਬੀਬੀ ਕੰਮ ਕਰਦੀ ਹੈ ਉਹਨੂੰ ਬੈਠ ਕੇ ਦੱਸੀਆਂ ਕਿ ਪ੍ਰਿਥੀ ਚੰਦ ਤੇ ਉਹਦੀ ਘਰ ਵਾਲੀ ਬੀਬੀ ਕਰਮੋ ਇਸ ਤਰ੍ਹਾਂ ਅਪ ਸ਼ਬਦ ਬੋਲਦੇ ਨੇ, ਇਹੋ ਜਿਹੀਆਂ ਗੱਲਾਂ ਕਰਦੇ ਨੇ। ਤੇ ਉਸ ਬੀਬੀ ਤੋਂ ਰਿਹਾ ਨਾ ਗਿਆ। ਉਹਨੇ ਸਾਰੀਆਂ ਗੱਲਾਂ ਮਾਤਾ ਗੰਗਾ ਜੀ ਨੂੰ ਦੱਸ ਦਿੱਤੀਆਂ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਜੀ ਦੇ ਚਿਹਰੇ ਤੇ ਵੀ ਉਦਾਸੀ ਆ ਗਈ, ਦੁੱਖ ਹੋਇਆ ਉਹ ਗੱਲਾਂ ਸੁਣ ਕੇ, ਚਿਹਰਾ ਕੁਝ ਮੁਰਝਾ ਗਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਆਏ ਤੇ ਉਹਨਾਂ ਦੇ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ। ਕਹਿਣ ਲੱਗੇ, ਸੱਚੇ ਪਾਤਸ਼ਾਹ, ਹੇ ਸਾਈਂ ਜੀ, ਤੁਸੀਂ ਸਾਰੇ ਸੰਸਾਰ ਨੂੰ ਦਾਤਾਂ ਵੰਡਦੇ ਹੋ, ਕਿਰਪਾ ਕਰੋ ਮੇਰੀ ਝੋਲੀ ਵਿੱਚ ਵੀ ਇੱਕ ਦਾਤ ਦੇ ਦਿਓ, ਮੈਨੂੰ ਪੁੱਤਰ ਦੀ ਦਾਤ ਬਖਸ਼ ਦਿਓ। ਅੱਜ ਮੇਰੀ ਜੇਠਾਣੀ ਤੇ ਜੇਠ ਨੇ ਮਿਲ ਕੇ ਬੜੇ ਅਪ ਸ਼ਬਦ ਬੋਲੇ ਨੇ। ਉਹ ਜਿਹੜੇ ਸ਼ਬਦ ਨੇ ਉਹ ਮੇਰੇ ਕੰਨਾਂ ਵਿੱਚ ਗੂੰਜਦੇ ਪਏ ਨੇ। ਤੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਸਿੱਖ ਨੂੰ ਵਡਿਆਈ ਦੇਣ ਲੱਗੇ ਨੇ। ਕਈ ਵਾਰੀ ਮਨ ਵਿੱਚ ਸ਼ੰਕਾ ਆ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਰੀਆਂ ਸ਼ਕਤੀਆਂ ਦੇ ਮਾਲਕ, ਤੇ ਫਿਰ ਉਹਨਾਂ ਨੇ ਮਾਤਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਕਿਉਂ ਭੇਜਿਆ? ਇਹ ਕੋਈ ਨਵੀਂ ਗੱਲ ਨਹੀਂ ਗੁਰਮੁਖੋ। ਗੁਰੂ ਅਮਰਦਾਸ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਇੱਕ ਸਿੱਖ ਆਉਂਦਾ, ਉਹ ਦਹੀਂ ਲੈ ਕੇ ਆਉਂਦਾ ਤੇ ਗੁਰੂ ਸਾਹਿਬ ਜੀ ਓਗਰਾ ਛਕਦੇ ਸਨ। 7 ਪ੍ਰਕਾਰ ਦਾ ਅਨਾਜ ਮਿਲਾ ਕੇ ਉਹਨੂੰ ਉਬਾਲਿਆ ਜਾਵੇ ਤੇ ਉਹਨੂੰ ਕਹਿੰਦੇ ਨੇ ਓਗਰਾ। ਬਿਨਾਂ ਨਮਕ ਤੋਂ ਉਹ ਛਕਿਆ ਕਰਦੇ ਸਨ। ਭਾਈ ਬੱਲੋ ਜੀ ਉਹਨਾਂ ਦਾ ਰਸੋਈਆ ਸੀ, ਗੜਵਈ ਵੀ ਉਹ, ਰਸੋਈਆ ਵੀ ਉਹ ਗੁਰੂ ਸਾਹਿਬ ਵਾਸਤੇ ਲੰਗਰ ਤਿਆਰ ਕਰਦਾ ਸੀ ਔਰ ਬਸਤਰਾਂ ਦੀ ਸੇਵਾ ਕਰਦਾ ਸੀ। ਇੱਕ ਦਿਨ ਉਹ ਮਨੁੱਖ ਆਇਆ ਨਹੀਂ। ਪਿੰਡ ਦੇ ਪੈਂਚ ਨੇ ਉਹਨੂੰ ਰਸਤੇ ਵਿੱਚ ਰੋਕ ਲਿਆ ਤੇ ਕਾਫੀ ਦੇਰ ਰੋਕੀ ਰੱਖਿਆ। ਅਸਲ ਵਿੱਚ ਉਹਦੀ ਇੱਕ ਲੱਤ ਜਿਹੜੀ ਹੈ ਉਹ ਖਰਾਬ ਹੈ। ਉਹ ਲੱਕੜੀ ਦਾ ਸਹਾਰਾ ਲੈ ਕੇ ਤੁਰਦਾ ਹੈ ਤੇ ਪਿੰਡ ਦੇ ਪੈਂਚ ਨੇ ਮਿਹਣਾ ਮਾਰਿਆ। ਕਹਿਣ ਲੱਗਾ, ਇੰਨੀ ਦੇਰ ਹੋ ਗਈ ਮੈਂ ਤੈਨੂੰ ਦੇਖਦਾ, ਤੂੰ ਰੋਜ਼ ਦਹੀਂ ਲੈ ਕੇ ਜਾਂਦਾ ਹੈ। ਜੇ ਗੁਰੂ ਅਮਰਦਾਸ ਵਿੱਚ ਇੰਨੀ ਸ਼ਕਤੀ ਹੈ, ਉਹ ਤੇਰੀ ਲੱਤ ਕਿਉਂ ਨਹੀਂ ਨਵੀਂ ਬਣਾ ਦਿੰਦੇ? ਤੇਰੀ ਲੱਤ ਨੂੰ ਠੀਕ ਕਿਉਂ ਨਹੀਂ ਕਰ ਦਿੰਦੇ? ਤੇ ਜਦੋਂ ਉਹਦੀ ਲੱਕੜ ਦੀ ਜਿਹੜੀ ਲੱਤ ਸਹਾਰਾ ਉਹਨੂੰ ਦਿੱਤਾ ਤੇ ਉਹ ਚੱਲ ਕੇ ਗੁਰੂ ਦਰਬਾਰ ਵਿੱਚ ਆਇਆ। ਤੇ ਗੁਰੂ ਦਰਬਾਰ ਵਿੱਚ ਆ ਕੇ ਉਹਨੇ ਬੇਨਤੀ ਕੀਤੀ। ਅਜੇ ਦੱਸਣ ਲੱਗਾ ਸੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਸਾਨੂੰ ਸਾਰਾ ਕੁਝ ਪਤਾ ਹੈ, ਤੇਰੇ ਨਾਲ ਰਸਤੇ ਵਿੱਚ ਕੀ ਬੀਤਿਆ।
ਤੂੰ ਜਾ ਸ਼ਾਹ ਹੁਸੈਨ ਦੇ ਕੋਲ ਚਲੇ ਜਾ, ਉਹ ਤੇਰੀ ਲੱਤ ਠੀਕ ਕਰ ਦੇਗਾ। ਕਿ ਗੁਰੂ ਅਮਰਦਾਸ ਮਹਾਰਾਜ ਵਿੱਚ ਕੋਈ ਸ਼ਕਤੀ ਨਹੀਂ? ਸ਼ਕਤੀ ਹੈ, ਪਰ ਆਪਣੇ ਸੇਵਕ ਨੂੰ ਵਡਿਆਈ ਦੇਣੀ ਹੈ। ਉਹ ਜਦੋਂ ਮਨੁੱਖ ਸ਼ਾਹ ਹੁਸੈਨ ਦੇ ਕੋਲ ਪਹੁੰਚੇ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਾ ਕੇ ਬੇਨਤੀ ਕੀਤੀ, ਮੈਨੂੰ ਗੁਰੂ ਅਮਰਦਾਸ ਮਹਾਰਾਜ ਨੇ ਭੇਜਿਆ ਤੇ ਮੇਰੀ ਲੱਤ ਠੀਕ ਕਰ ਦਿਓ। ਲਾਗੇ ਇੱਕ ਬਹੁਤ ਵੱਡਾ ਸੋਟਾ ਪਿਆ ਸੀ ਲੱਕੜੀ ਦਾ। ਉਸ ਸੋਟੇ ਨੂੰ ਹੱਥ ਪਾ ਕੇ ਉੱਚੀ ਸਾਰੀ ਸ਼ਾਹ ਹੁਸੈਨ ਬੋਲਿਆ, ਕਹਿੰਦਾ ਖਲੋ ਜਾ, ਮੈਂ ਤੇਰੀ ਦੂਜੀ ਵੀ ਤੋੜ ਦੈਂ। ਇਹ ਡਰ ਕੇ ਜਿਉਂ ਨੱਠੇ, ਇਹਨੂੰ ਮਨ ਵਿੱਚ ਖਿਆਲ ਹੀ ਨਹੀਂ ਆਇਆ ਕਿ ਮੇਰੀ ਤੇ ਇੱਕ ਲੱਤ ਖਰਾਬ ਹੈ। ਨੱਠਦੇ ਨੇ ਜਦੋਂ ਧਿਆਨ ਮਾਰਿਆ ਵੀ ਮੇਰੀ ਤੇ ਲੱਤ ਠੀਕ ਹੋ ਗਈ, ਤੇ ਫਿਰ ਵਾਪਸ ਜਾ ਕੇ ਉਹਦੇ ਮੱਥਾ ਟੇਕ ਕੇ ਆਖਿਆ ਕਿ ਤੁਸੀਂ ਮੇਰੀ ਲੱਤ ਠੀਕ ਕੀਤੀ ਹੈ, ਤੁਹਾਡਾ ਧੰਨਵਾਦ ਹੈ। ਤੇ ਉਹਦੇ ਬਚਨ ਸਨ, ਮੇਰੇ ਕੋਲ ਤੇ ਕੁਝ ਵੀ ਨਹੀਂ ਹੈ, ਜੋ ਕੀਤਾ ਹੈ ਗੁਰੂ ਅਮਰਦਾਸ ਮਹਾਰਾਜ ਨੇ ਕੀਤਾ ਹੈ। ਕੇਵਲ ਉਹ ਆਪਣੇ ਸੇਵਕ ਨੂੰ ਵਡਿਆਈ ਦਿੰਦੇ ਨੇ, ਕਰਨ ਕਾਰਨ ਵਾਲੇ ਆਪੇ ਹੀ ਹਨ। ਜੇ ਗੁਰੂ ਦੀ ਹਜ਼ੂਰੀ ਵਿੱਚ ਕਿਸੇ ਨੇ ਆ ਕੇ ਆਖਿਆ ਕਿ ਮੈਨੂੰ ਇਹੋ ਜਿਹਾ ਸਿੱਖ ਵੇਖਣਾ ਜਿਹੜਾ ਭਾਣੇ ਵਿੱਚ ਰਹਿੰਦਾ ਹੈ, ਜਿਹਨੂੰ ਹਰਖ ਸੋਗ ਵਿਆਪਤ ਨਹੀਂ ਹੈ, ਤੇ ਗੁਰੂ ਸਾਹਿਬ ਜੀ ਨੇ ਭਾਈ ਭਿਖਾਰੀ ਦੇ ਕੋਲ ਭੇਜ ਦਿੱਤਾ। ਸਾਹਮਣੇ ਸਾਰੀ ਘਟਨਾ ਵਾਪਰੀ ਹੈ ਤੇ ਸਾਰਾ ਕੁਝ ਦੇਖ ਕੇ ਉਹਨੂੰ ਭਰੋਸਾ ਹੋ ਗਿਆ ਕਿ ਵਾਕਈ ਭਾਈ ਭਿਖਾਰੀ ਨਾ ਖੁਸ਼ੀ ਵਿੱਚ ਗਲਤਾਨ ਨੇ ਤੇ ਨਾ ਇਹਨਾਂ ਨੂੰ ਦੁੱਖ ਹੀ ਪਾਉਂਦਾ ਹੈ। ਅੱਜ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਧਰਮ ਸਪਤਨੀ ਮਾਤਾ ਗੰਗਾ ਜੀ ਨੂੰ ਕਹਿੰਦੇ ਨੇ ਕਿ ਜੇ ਪੁੱਤਰ ਚਾਹੀਦਾ ਜਾਓ ਬਾਬਾ ਬੁੱਢਾ ਸਾਹਿਬ ਜੀ ਤੋਂ ਅਰਦਾਸ ਕਰਾ ਕੇ ਆਓ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਰਦਾਸਾਂ ਆਪਾਂ ਵੀ ਅੱਜ ਕਰਾਉਂਦੇ ਹਾਂ, ਪਰ ਮੈਂ ਇੱਕ ਬੇਨਤੀ ਜ਼ਰੂਰ ਕਰਦੇ ਹਾਂ ਕਿ ਜਦੋਂ ਵੀ ਘਰੋਂ ਅਰਦਾਸ ਕਰਨ ਚੱਲਿਓ ਜੇ, ਗੁਰਦੁਆਰੇ ਗ੍ਰੰਥੀ ਸਿੰਘ ਤੋਂ ਮੈਂ ਅਰਦਾਸ ਕਰਾਉਣੀ ਹੈ ਤੇ ਭਰੋਸੇ ਦਾ ਭਾਂਡਾ ਲੈ ਕੇ ਆਇਓ ਜੇ। ਬਰਤਨ ਕੋਲ ਹੋਵੇ, ਪਤਾ ਨਹੀਂ ਕਿਹੜੇ ਵੇਲੇ ਦਾਤ ਗੁਰੂ ਨੇ ਬਰਤਨ ਵਿੱਚ ਪਾ ਦੇਣੀ ਹੈ। ਜੇ ਬਰਤਨ ਹੀ ਕੋਲ ਨਾ ਹੋਇਆ ਤੇ ਫਿਰ ਦਾਤ ਕਿੱਥੇ ਪਾਉਣੀ ਹੈ? ਭਰੋਸਾ ਨਾਲ ਲੈ ਕੇ ਆਓਗੇ ਤੇ ਜਿਹੜੀ ਅਰਦਾਸ ਹੋਵੇਗੀ ਉਹਨੂੰ ਭਾਗ ਲੱਗੇਗਾ। ਇੱਕ ਪਿੰਡ ਵਿੱਚ ਕਾਲ ਪੈ ਗਿਆ ਤੇ ਜਿਹਨੂੰ ਆਖਿਆ ਅਰਦਾਸ ਕਰੋ, ਉਹਦੇ ਅੰਦਰ ਵਿਚਾਰ ਚੱਲ ਪਈ ਵੀ ਪਤਾ ਨਹੀਂ ਮੀਂਹ ਪਵੇਗਾ ਜਾਂ ਨਹੀਂ ਪਵੇਗਾ। ਇੰਨੀ ਦੇਰ ਨੂੰ ਇੱਕ ਛੋਟਾ ਜਿਹਾ ਬੱਚਾ ਵੇਖਿਆ, ਉਹ ਛਤੜੀ ਲੈ ਕੇ ਦੌੜਿਆ ਆ ਰਿਹਾ ਸੀ। ਛਤੜੀ ਉਹਨੇ ਸਿਰ ਤੇ ਨਹੀਂ ਕੀਤੀ, ਬੰਦ ਕਰਕੇ ਪਕੜੀ ਹੋਈ ਹੈ। ਜਦੋਂ ਕੋਲ ਆਇਆ ਤੇ ਜਿਹਨੇ ਅਰਦਾਸ ਕਰਨੀ ਹੈ ਉਹੀ ਪੁੱਛਦਾ ਕਿ ਬੇਟਾ ਛਤੜੀ ਕਿਉਂ ਲੈ ਕੇ ਆਇਆ? ਤੇ ਉਹ ਬੱਚਾ ਕਹਿੰਦਾ ਜਦੋਂ ਆਪਾਂ ਅਰਦਾਸ ਕਰਾਂਗੇ ਉਸ ਤੋਂ ਬਾਅਦ ਮੀਂਹ ਪਏਗਾ, ਤੇ ਜਦੋਂ ਮੀਂਹ ਪਏਗਾ ਮੈਂ ਛਤੜੀ ਲੈ ਕੇ ਘਰ ਜਾਵਾਂਗਾ। ਉਹ ਕਹਿੰਦਾ ਇਹਦੇ ਭਰੋਸੇ ਨੂੰ ਭਾਗ ਲੱਗੇਗਾ, ਚਲੋ ਅਰਦਾਸ ਕਰੀਏ। ਬਾਬਾ ਬੁੱਢਾ ਸਾਹਿਬ ਜੀ ਤੋਂ ਅਰਦਾਸ ਕਰਾਓ। ਤੇ ਹੁਣ ਸ਼ਾਹੀ ਠਾਠ ਦੇ ਨਾਲ ਜਦੋਂ ਗਏ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਹਿ ਦਿੱਤਾ ਕਿ ਮੈਂ ਤਾਂ ਇੱਕ ਮਾਮੂਲੀ ਜਿਹਾ ਗੁਰੂ ਘਰ ਦਾ ਘਾਈ, ਘਾਹ ਖੋਤ ਕੇ ਗੁਜ਼ਾਰਾ ਕਰਨ ਵਾਲਾ, ਮੇਰੇ ਕੋਲ ਕੀ ਹੈ? ਸਾਰੀਆਂ ਤਾਕਤਾਂ ਦੇ ਮਾਲਕ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਹਨ। ਮਾਤਾ ਜੀ ਵਾਪਸ ਆ ਗਏ ਨੇ, ਉਦਾਸ ਹੋ ਕੇ ਆਏ। ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਪੁੱਛਿਆ ਵੀ ਕਿਸ ਤਰ੍ਹਾਂ ਗਏ ਸੀ, ਕਹਿੰਦੇ ਰਥਾਂ 'ਤੇ ਸਵਾਰ ਹੋ ਕੇ ਗਏ ਸੀ। ਗੁਰੂ ਸਾਹਿਬ ਜੀ ਕਹਿਣ ਲੱਗੇ ਜਦੋਂ ਕੁਝ ਪ੍ਰਾਪਤ ਕਰਨਾ ਹੋਵੇ ਫਿਰ ਨਿਮਾਣੇ ਹੋ ਕੇ ਜਾਈਦਾ, ਫਿਰ ਨਿਮਰਤਾ ਵਿੱਚ ਜਾਈਦਾ। ਸੱਚੇ ਸਾਈਂ ਤੁਸੀਂ ਆਗਿਆ ਕਰੋ। ਕਹਿਣ ਲੱਗੇ ਕਿ ਆਪਣੇ ਹੱਥੀਂ ਆਟਾ ਪੀਣਾ ਹੈ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹਨੀ ਹੈ, ਆਪਣੇ ਹੱਥੀਂ ਆਟਾ ਪੀਸਣਾ ਹੈ ਤੇ ਮਿੱਸੇ ਪ੍ਰਸ਼ਾਦੇ ਪਕਾਉਣੇ ਨੇ, ਆਪਣੇ ਹੱਥੀਂ ਦੁੱਧ ਰਿੜਕਣਾ ਹੈ, ਨਾਲ ਦਹੀਂ ਮੱਖਣ ਲੈਣਾ ਹੈ, ਲੱਸੀ ਲੈਣੀ ਹੈ, ਅਚਾਰ ਗੰਢਾ ਲੈਣਾ ਹੈ, ਤੇ ਫਿਰ ਪੈਦਲ ਚੱਲ ਕੇ, ਕਈ ਇਤਿਹਾਸਕਾਰ ਕਹਿੰਦੇ ਨੰਗੇ ਪੈਰੀਂ ਚੱਲ ਕੇ ਗਏ, ਪੈਦਲ ਚੱਲ ਕੇ ਜਾਣਾ
ਜਾਂ ਨੰਗੇ ਪੈਰੀਂ ਜਾਵੇ ਜਾਂ ਜੋੜਾ ਪਾ ਕੇ ਜਾਵੇ, ਇਹ ਤੇ ਸਮੇਂ ਨੂੰ ਵੇਖ ਕੇ ਸਿੱਖ ਨੇ ਤੁਰਨਾ ਹੈ ਕਿ ਜੇ ਬਹੁਤੀ ਗਰਮੀ ਹੈ ਤੇ ਫਿਰ ਜੋੜਾ ਪਾ ਕੇ ਜਾਏਗਾ। ਜੇ ਸਿੱਖ ਨੂੰ ਤਕਲੀਫ ਹੋਏਗੀ ਤੁਰਦੇ ਨੂੰ ਤੇ ਗੁਰੂ ਨੂੰ ਵੀ ਦੁੱਖ ਹੋਏਗਾ। ਹੋਵੇ ਸ਼ਰਧਾਵਾਨ ਸਿੱਖ। ਇਸ ਵਾਸਤੇ ਕਿਤੇ ਨਹੀਂ ਆਖਿਆ ਵੀ ਤੁਸੀਂ ਗੁਰਦੁਆਰੇ ਜਾਣਾ ਹੈ, ਕਿਸੇ ਮਹਾਂਪੁਰਸ਼ ਕੋਲ ਜਾਣਾ ਹੈ ਤੇ ਤੁਸੀਂ ਨੰਗੇ ਪੈਰੀਂ ਜਾਓ। ਹਾਂ, ਉੱਥੇ ਜਾ ਕੇ ਹਰ ਸਥਾਨ ਦੇ ਉੱਤੇ ਜੋੜਾ ਘਰ ਬਣਿਆ, ਉੱਥੇ ਆਪਾਂ ਜੋੜਾ ਉਤਾਰ ਕੇ ਫਿਰ ਆਪਣੇ ਪੈਰ ਧੋ ਕੇ ਫਿਰ ਅੱਗੇ ਜਾ ਕੇ ਦਰਸ਼ਨ ਕਰਦੇ ਹਾਂ। ਜਦੋਂ ਪੈਦਲ ਚੱਲ ਕੇ ਗਏ ਥੋੜ੍ਹੀ ਦੂਰ 'ਤੇ ਸਨ ਤੇ ਬਾਬਾ ਬੁੱਢਾ ਜੀ ਵੇਖ ਕੇ ਬੜੇ ਖੁਸ਼ ਹੋਏ। ਕਹਿਣ ਲੱਗੇ ਕਿ ਮਾਂ ਨੂੰ ਕਿੰਨਾ ਖਿਆਲ ਹੈ ਆਪਣੇ ਬੱਚਿਆਂ ਦਾ। ਭਾਵੇਂ ਬਾਬੇ ਬੁੱਢਾ ਸਾਹਿਬ ਜੀ ਦੀ ਉਮਰ ਵਡੇਰੀ ਹੈ, ਮਾਤਾ ਗੰਗਾ ਜੀ ਦੀ ਉਮਰ ਕਾਫੀ ਛੋਟੀ ਹੈ ਉਹਨਾਂ ਤੋਂ, ਪਰ ਜਦੋਂ ਵੀ ਗੁਰੂ ਘਰ ਦੇ ਨਾਲ ਨਾਤਾ ਜੁੜਿਆ, ਇਹ ਰਿਸ਼ਤਾ ਜੁੜ ਗਿਆ ਕਿ ਇਹ ਗੁਰੂ ਕੇ ਮਹਿਲ ਹਨ ਤੇ ਅਸੀਂ ਸਾਰੇ ਸਿੱਖਾਂ ਨੇ ਉਹਨਾਂ ਨੂੰ ਸਤਿਕਾਰ ਦਿੰਦੇ ਹੋਏ ਉਹਨਾਂ ਦੇ ਨਾਂ ਤੋਂ ਪਹਿਲਾਂ ਮਾਤਾ ਸ਼ਬਦ ਲਗਾਇਆ। ਮਾਤਾ ਗੰਗਾ ਜੀ, ਮਾਤਾ ਗੁਜਰੀ ਜੀ, ਇਸ ਤਰ੍ਹਾਂ ਮਾਤਾ ਨਾਨਕੀ ਜੀ, ਤੇ ਜੇ ਗੁਰੂ ਦੀ ਭੈਣ ਹੈ ਤੇ ਉਹਨੂੰ ਅਸੀਂ ਸਤਿਕਾਰ ਨਾਲ ਬੇਬੇ ਨਾਨਕੀ ਜੀ ਕਹਿੰਦੇ ਹਾਂ। ਕਹਿੰਦੇ ਬੜਾ ਖਿਆਲ ਰੱਖਦੇ ਨੇ ਬੱਚਿਆਂ ਦਾ ਮਾਤਾ। ਤੇ ਜਦੋਂ ਕੋਲ ਆਏ ਕਹਿੰਦੇ ਮਾਂ ਜੀ ਤੁਹਾਨੂੰ ਪਤਾ ਸੀ ਕਿ ਬਾਲਕ ਨੂੰ ਭੁੱਖ ਲੱਗੀ ਹੈ। ਤੇ ਜਦੋਂ ਪ੍ਰਸ਼ਾਦਾ ਛਕਣ ਲੱਗੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਗੋਡੇ 'ਤੇ ਰੱਖ ਕੇ ਉਹ ਪਿਆਜ਼ ਨੂੰ ਭੰਨਿਆ, ਗੰਢਾ ਤੋੜਿਆ ਤੇ ਉਹਦੇ ਵਿੱਚੋਂ ਛੋਟਾ ਭਾਗ ਜਿਹਨੂੰ ਗੁਲੀ ਕਹਿੰਦੇ ਆਪਾਂ, ਉਹ ਬੁੜਕ ਕੇ ਦੂਰ ਜਾ ਕੇ ਡਿੱਗੇ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤਾ, ਤੁਹਾਡੇ ਕੁੱਖ ਤੋਂ ਜਿਹੜਾ ਸਾਹਿਬਜ਼ਾਦਾ ਪ੍ਰਗਟ ਹੋਵੇਗਾ, ਪ੍ਰਕਾਸ਼ਮਾਨ ਹੋਵੇਗਾ, ਉਹ ਮੁਗਲਾਂ ਦੇ ਸਿਰ ਇੱਦਾਂ ਭੰਨੇਗਾ ਜਿੱਦਾਂ ਅਸੀਂ ਪਿਆਜ਼ ਨੂੰ ਤੋੜਿਆ, ਜਿੱਦਾਂ ਅਸੀਂ ਗੰਢਾ ਭੰਨਿਆ। ਤੇ ਉਹ ਬਚਨ ਅਟਲ ਹੋਏ। 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹਕੂਮਤ ਦੇ ਨਾਲ ਲੜੀਆਂ ਹਨ। ਪਹਿਲੀ ਜੰਗ ਹੈ ਅੰਮ੍ਰਿਤਸਰ ਦੀ, ਜਦੋਂ ਬੀਬੀ ਵੀਰੋ ਦਾ ਵਿਆਹ ਸੀ, ਉਦੋਂ ਮੁਗਲ ਸ਼ਖਾਂ ਦੀ ਕਮਾਨ ਹੇਠ ਫੌਜ ਨੇ ਚੜ੍ਹਾਈ ਕੀਤੀ ਹੈ। ਗੁਰੂ ਸਾਹਿਬ ਨੇ ਨਗਰ ਛੱਡ ਕੇ ਬਾਹਰ ਆਣ ਕੇ ਲੜਨਾ ਪ੍ਰਵਾਨ ਕੀਤਾ ਹੈ। ਤੇ ਉਸ ਵੇਲੇ ਵੀ ਜਿੱਤ ਜਿਹੜੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹੋਈ। ਇਹ ਲੜਾਈ ਇੱਕ ਬਾਜ ਤੋਂ ਹੋਈ ਸੀ। ਦੂਸਰੀ ਲੜਾਈ ਰੋਹੇਲਾ ਪਿੰਡ, ਜਦੋਂ ਗੁਰੂ ਨੇ ਹੋਰ ਨਾਲ ਘਰ ਵਸਾ ਦਿੱਤੇ ਤੇ ਉਸ ਤੋਂ ਬਾਅਦ ਉਸ ਪਿੰਡ ਦਾ ਨਾਂ ਹਰਗੋਬਿੰਦਪੁਰਾ ਹੋਇਆ। ਸਿੱਧਾ ਰੋਡ ਹੁਣ ਉਸ ਹਰਗੋਬਿੰਦਪੁਰ ਜਾਂਦਾ ਹੈ, ਬਹੁਤ ਵੱਡਾ ਸਥਾਨ ਬਣੇ। ਇੱਥੇ ਭਗਵਾਨ ਦਾਸ ਘੇਰੜ ਹੈ, ਉਹਨੇ ਆ ਕੇ ਆਪ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ। ਭਾਈ ਬਿਧੀ ਚੰਦ ਨੇ ਕਲਾਵੇ 'ਚ ਲੈ ਕੇ ਉਹਨੂੰ ਘੁੱਟ ਦਿੱਤਾ, ਉਹਦੀ ਮੌਤ ਹੋ ਗਈ। ਇਹਦਾ ਪੁੱਤਰ ਤੇ ਚੰਦੂ ਦਾ ਪੁੱਤਰ ਰਤਨ ਚੰਦ ਤੇ ਕਰਮ ਚੰਦ ਮਿਲ ਕੇ ਜਲੰਧਰ ਦੇ ਸੂਬੇਦਾਰ ਦੇ ਕੋਲ ਗਏ ਤੇ 15,000 ਫੌਜ ਚੜ੍ਹਾ ਕੇ ਲੈ ਕੇ ਆਏ। ਗੁਰੂ ਸਾਹਿਬ ਜੀ ਨੇ ਮਿੱਟੀ ਵਿੱਚ ਮਿਲਾ ਦਿੱਤੀ। ਫਿਰ ਸਾਰੀਆਂ ਲਾਸ਼ਾਂ ਜਿਹੜੀਆਂ ਸਨ ਉਹ ਦਰਿਆ ਦੇ ਵਿੱਚ ਵਹਾ ਦਿੱਤੀਆਂ। ਇਹ ਦੂਸਰਾ ਜੰਗ ਵੀ ਗੁਰੂ ਸਾਹਿਬ ਨੇ ਜਿੱਤਿਆ। ਇੱਥੇ ਹੀ ਸਨ ਜਦੋਂ ਬਾਬਾ ਬੁੱਢਾ ਸਾਹਿਬ ਜੀ ਆ ਕੇ ਮਿਲੇ ਤੇ ਜਦੋਂ ਭਾਈ ਬਿਧੀ ਚੰਦ ਨੇ ਆਖਿਆ ਨਗਰ ਨਵਾਂ ਵਸ ਗਏ, ਇਸ ਨਗਰ ਦਾ ਨਾਂ ਰੱਖ ਦਿਓ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਰੱਖਣਗੇ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਇਸ ਨਗਰ ਦਾ ਨਾਂ ਹਰਗੋਬਿੰਦਪੁਰ। ਬਾਬਾ ਬੁੱਢਾ ਸਾਹਿਬ ਜੀ ਨੇ ਨਾਂ ਰੱਖਿਆ। ਤੀਸਰੀ ਜੰਗ ਹੋਈ ਮਹਾਰਾਜ ਦੀ। 35,000 ਫੌਜ ਲੈ ਕੇ ਲੱਲਾ ਬੇਗ ਤੇ ਕਮਰ ਬੇਗ ਉਹ ਆਏ ਨੇ। ਇਹ ਜੰਗ ਤਾਂ ਹੋਈ ਕਿ ਜਿਹੜੇ ਸਿੱਖ ਤੋਂ ਘੋੜੇ ਖੋਹ ਲਏ ਸਨ, ਗੁਰੂ ਸਾਹਿਬ ਜੀ ਲਈ ਭੇਟਾ ਲੈ ਕੇ ਆ ਰਿਹਾ ਸੀ, ਉਹ ਭਾਈ ਬਿਧੀ ਚੰਦ ਲੈ ਕੇ ਆਏ ਸਨ ਤੇ 10 ਆਏ ਸਨ। ਮਾਲਵੇ ਦੀ ਧਰਤੀ ਤੇ ਗੁਰੂ ਸਾਹਿਬ ਜੀ ਬੈਠੇ ਨੇ। ਮੈਂ ਉਹਨਾਂ ਦਾ ਸਿੱਖ, ਪਹਿਲਾ ਘੋੜਾ ਵੀ ਮੈਂ ਲੈ ਕੇ ਗਿਆ, ਦੂਜਾ ਵੀ ਮੈਂ ਲੈ ਕੇ ਚੱਲਿਆ।
ਜੇ ਤੁਹਾਡੇ ਵਿੱਚ ਤਾਕਤ ਹੈ ਤੇ ਆ ਜਾਓ, ਜੰਗ ਕਰਕੇ ਘੋੜੇ ਵਾਪਸ ਲੈ ਆਓ। ਇਹ ਤੀਸਰੀ ਜੰਗ ਦੇ ਵਿੱਚ ਕੇਵਲ 100 ਸਿਪਾਹੀ ਬਚਿਆ ਸੀ ਜਿਨ੍ਹਾਂ ਨੇ ਹੱਥ ਖੜੇ ਕਰਕੇ ਆਪਣੀ ਜਾਨ ਬਚਾਈ, ਨਹੀਂ ਤਾਂ ਸਾਰੀ ਫੌਜ ਸਿੱਖਾਂ ਨੇ ਮਿੱਟੀ ਵਿੱਚ ਮਿਲਾ ਦਿੱਤੀ। ਚੌਥੀ ਜੰਗ ਜਿਹੜੀ ਸੀ, ਆਪਣਾ ਹੀ ਪਾਲਿਆ ਹੋਇਆ ਪੈਂਦੇ ਖਾਨ, ਜਿਹਦੇ ਵਿੱਚ ਇੰਨੀ ਤਾਕਤ ਸੀ ਕਿ ਛਿੱਕੇ ਨੂੰ ਮਲ ਕੇ ਉਹਦੀ ਮੋਹਰ ਮਿਟਾ ਦਿੰਦਾ, ਘੋੜੇ ਨੂੰ ਥੱਲਿਓਂ ਵੜ ਕੇ ਤੰਗ ਤੋਂ ਫੜ ਕੇ ਉਲਟਾ ਦਿੰਦਾ ਹੈ। ਦੋ ਜੇ ਸਾਂਢ ਆਪਸ ਵਿੱਚ ਲੜਦੇ ਹੋਣ, ਸਿੰਘਾਂ ਤੋਂ ਫੜ ਕੇ ਉਹਨਾਂ ਨੂੰ ਵੱਖਰੇ ਕਰ ਦਿੰਦਾ। ਉਹ ਪੈਂਦੇ ਖਾਂ ਪਹਿਲੀ ਜੰਗ ਵਿੱਚ ਅਹੰਕਾਰੀ ਹੋ ਗਿਆ ਸੀ। ਗੁਰੂ ਨੇ ਦੂਜੀ ਤੇ ਤੀਜੀ ਜੰਗ ਵਿੱਚ ਉਹਨੂੰ ਵਾਂਝੇ ਰੱਖਿਆ ਕਿ ਬਹੁਤਾ ਅਹੰਕਾਰ ਨਾ ਕਰੀ, ਤੇਰੇ ਤੋਂ ਬਿਨਾਂ ਵੀ ਜੰਗਾਂ ਜਿੱਤੀਆਂ ਜਾ ਸਕਦੀਆਂ। ਫਿਰ ਉਹਨੂੰ ਇੱਕ ਚੋਲਾ ਦਿੱਤਾ, ਇੱਕ ਬਾਜ ਦਿੱਤਾ, ਤੇ ਜਿਹੜਾ ਬਾਜ ਸੀ ਉਹ ਆਪਣੇ ਜਵਾਈ ਨੂੰ ਦੇ ਦਿੱਤਾ। ਤੇ ਗੁਰੂ ਦਰਬਾਰ ਵਿੱਚ ਸ਼ਸਤਰ ਤੇ ਚੋਲੇ ਤੋਂ ਬਿਨਾਂ ਆਇਆ। ਗੁਰੂ ਜੀ ਨੇ ਪੁੱਛਿਆ ਤੇ ਉਸ ਵੇਲੇ ਉਹਨੇ ਕੁਝ ਅਪਸ਼ਬਦ ਬੋਲੇ, ਅਹੰਕਾਰ ਭਰੇ ਸ਼ਬਦ ਬੋਲੇ। ਅਖੀਰ ਆਪਣੇ ਜਵਾਈ ਉਸਮਾਨ ਖਾਨ ਨੂੰ ਲੈ ਕੇ ਲਾਹੌਰ ਤੋਂ ਕਾਲੇ ਖਾਂ ਤੇ ਹੋਰ ਜਰਨੈਲ ਲੈ ਕੇ, ਇਹ ਤਕਰੀਬਨ 90,000 ਦੀ ਸੈਨਾ ਸੀ ਜਿਹੜੀ ਸਾਰੀ ਮਿਲ ਕੇ ਕਰਤਾਰਪੁਰ ਤੇ ਚੜ੍ਹਾਈ ਕਰਕੇ ਆਈ ਸੀ। ਪਰ ਗੁਰੂ ਦੇ ਸਿੱਖਾਂ ਨੇ ਐਸੀ ਵਿਉਂਤਬੰਦੀ ਦੇ ਨਾਲ ਯੁੱਧ ਕੀਤਾ, ਇੱਕ ਵੀ ਸਿਪਾਹੀ ਨੂੰ ਕਰਤਾਰਪੁਰ ਦੇ ਅੰਦਰ ਨਹੀਂ ਵੜਨ ਦਿੱਤਾ, ਕਿਉਂਕਿ ਬਹੁਤੇ ਇਸ ਨੀਤ ਨਾਲ ਆਏ ਸਨ ਕਿ ਜਦੋਂ ਜੰਗ ਹੋਏਗੀ ਤੇ ਘਰਾਂ ਨੂੰ ਲੁੱਟਾਂਗੇ। ਇੱਕ ਵੀ ਸਿਪਾਹੀ ਨਗਰ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ। ਸਾਰੀ ਸੈਨਾ ਮਿੱਟੀ ਵਿੱਚ ਮਿਲਾ ਦਿੱਤੀ। ਬਹੁਤ ਸਾਰੇ ਸਿੱਖ ਵੀ ਸ਼ਹੀਦ ਹੋਏ। ਕਹਿਣ ਤੋਂ ਭਾਵ ਚਾਰੇ ਜੰਗਾਂ ਜਿਹੜੀਆਂ ਨੇ ਉਹ ਗੁਰੂ ਨੇ ਜਿੱਤੀਆਂ। ਮੁਗਲਾਂ ਦੇ ਸਿਰ ਉੱਦਾਂ ਹੀ ਭੰਨੇ ਜਿੱਦਾਂ ਬਾਬਾ ਬੁੱਢਾ ਸਾਹਿਬ ਜੀ ਨੇ ਗੰਢੇ ਨੂੰ ਭੰਨਿਆ ਸੀ, ਇੱਦਾਂ ਸਿੱਖਾਂ ਨੇ ਤੇ ਗੁਰੂ ਸਾਹਿਬ ਨੇ ਆਏ ਹੋਏ ਵੈਰੀਆਂ ਦੇ ਸਿਰ ਭੰਨੇ। ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤਾ ਕਿ ਵੈਰੀਆਂ ਦੇ ਸਿਰ ਭੰਨੇਗਾ, ਯੋਧਾ ਹੋਵੇਗਾ। ਤੇ ਉਹ ਸਮਾਂ ਆਇਆ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਪਰਿਵਾਰ ਨੂੰ ਲੈ ਕੇ ਕੁਝ ਸਿੱਖਾਂ ਸਮੇਤ ਇਸ ਵਡਾਲੀ ਨਗਰ ਦੇ ਵਿੱਚ ਆਉਂਦੇ ਨੇ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਥੇ ਹੀ ਹਾੜ ਦੇ ਮਹੀਨੇ ਵਿੱਚ, ਤੇ ਸੰਮਤ ਜਿਹੜਾ ਹੈ 1652 ਹੈ, ਸਨ 1995 ਹੈ, ਜੂਨ ਦੀ 19 ਤਰੀਕ ਹੈ, ਹਾੜ ਦਾ ਮਹੀਨਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਿਆਹ ਵੀ ਹਾੜ ਦੇ ਮਹੀਨੇ ਵਿੱਚ ਹੋਇਆ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਵੀ ਹਾੜ ਦੇ ਮਹੀਨੇ ਵਿੱਚ ਹੋਇਆ ਹੈ। ਇਸ ਵਾਸਤੇ ਆਪਾਂ ਕਹਿ ਸਕਦੇ ਹਾਂ ਕਿ ਗੁਰੂ ਦੇ ਵਿਆਹ ਆਨੰਦ ਕਾਰਜ ਤੋਂ 16 ਸਾਲ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪ੍ਰਕਾਸ਼ਮਾਨ ਹੋਏ। ਗੁਰੂ ਸਾਹਿਬ ਜੀ ਦੀ ਬੜੇ ਚੰਗੇ ਢੰਗ ਨਾਲ ਪਾਲਣਾ ਸ਼ੁਰੂ ਕੀਤੀ ਹੈ। ਇੱਧਰ ਪ੍ਰਿਥੀ ਚੰਦ ਤੇ ਬੀਬੀ ਕਰਮੋਂ ਦੇ ਕੰਨਾਂ ਵਿੱਚ ਆਵਾਜ਼ ਪਈ ਹੈ ਕਿ ਛੋਟੇ ਭਰਾ ਦੇ ਘਰ ਪੁੱਤਰ ਪੈਦਾ ਹੋਏ। ਆਸਾਂ ਟੁੱਟ ਗਈਆਂ, ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਉਹ ਤਾਂ ਸੋਚਦੇ ਕਿ ਸਾਡਾ ਪੁੱਤਰ ਮਿਹਰਬਾਨ ਗੁਰਤਾ ਗੱਦੀ ਤੇ ਬੈਠੇਗਾ, ਇਹ ਤਾਂ ਆਸਾਂ ਹੀ ਟੁੱਟ ਗਈਆਂ। ਫਿਰ ਹੁਣ ਉਹ ਦਿਨ ਰਾਤ ਸੋਚਾਂ ਸੋਚਦੇ ਰਹਿੰਦੇ ਵੀ ਕਿੱਦਾਂ ਇਸ ਬਾਲਕ ਨੂੰ ਖਤਮ ਕੀਤਾ ਜਾਵੇ। ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਦਾਈ ਨੂੰ 200 ਰੁਪਏ ਦਾ ਲਾਲਚ ਦਿੱਤਾ। ਉਹ ਜਿਹੜੀ ਦਾਈ ਸੀ ਉਹਦਾ ਨਾਂ ਫਤੋ ਆਇਆ ਇਤਿਹਾਸ ਦੇ ਵਿੱਚ, ਦਾਈ ਫਤੋ। ਉਹਨੂੰ 200 ਰੁਪਏ ਦਾ ਲਾਲਚ ਦਿੱਤਾ। ਉਹਨੇ ਆਖਿਆ ਮੈਂ ਆਪਣੀ ਛਾਤੀ ਤੇ ਜ਼ਹਿਰ ਲਾ ਕੇ ਦੁੱਧ ਪਿਆਉਣ ਦੇ ਬਹਾਨੇ ਬਾਲਕ ਨੂੰ ਖਤਮ ਕਰ ਦਾਂਗੀ। ਇਸ ਤਰ੍ਹਾਂ ਹੀ ਉਹਨੇ ਕੀਤਾ। ਜਾ ਕੇ ਗੁਰੂ ਘਰ ਵਿੱਚ ਨੌਕਰੀ ਲੈ ਲਈ ਔਰ ਇੱਕ ਦਿਨ ਆਪਣੀ ਛਾਤੀ ਤੇ ਜ਼ਹਿਰ ਲਾ ਕੇ ਤੇ ਛਾਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਜ਼ਹਿਰ ਬੱਚੇ ਦੇ ਅੰਦਰ ਚਲੇ ਜਾਵੇ। ਗੁਰੂ ਸਾਹਿਬ ਜੀ ਨੇ ਪਹਿਲਾਂ ਤੇ ਮੂੰਹ ਹੀ ਨਹੀਂ ਖੋਲ੍ਹਿਆ, ਫਿਰ ਕਦੇ ਸੱਜੇ ਬੰਨੇ ਨੂੰ ਮੂੰਹ ਕਰ ਲੈਂਦੇ, ਕਦੇ ਖੱਬੇ ਬੰਨੇ ਕਰ ਲੈਂਦੇ। ਫਿਰ ਉੱਚੀ ਆਵਾਜ਼ ਵਿੱਚ ਰੋਣਾ ਸ਼ੁਰੂ ਕੀਤਾ, ਕਹਿਣ ਤੋਂ ਭਾਵ ਮਦਦ ਮੰਗੀ ਹੈ। ਤੇ ਮਾਤਾ ਦੇ ਕੰਨਾਂ ਵਿੱਚ ਆਵਾਜ਼ ਪਈ
ਤੇ ਮਾਤਾ ਨੇ ਉਸੇ ਵੇਲੇ ਆਖਿਆ, ਦੇਖੋ ਬੱਚਾ ਕਿਉਂ ਰੋਂਦਾ ਹੈ। ਇੱਕ ਸੇਵਕ ਗਿਆ, ਦਾਈ ਸਮੇਤ ਬੱਚੇ ਨੂੰ ਜਦੋਂ ਸਾਹਮਣੇ ਲਿਆਂਦਾ, ਇੰਨੀ ਦੇਰ ਨੂੰ ਬੜੀ ਦੇਰ ਹੋ ਚੁੱਕੀ ਸੀ। ਉਹ ਜ਼ਹਿਰ ਦਾਈ ਦੇ ਸਰੀਰ ਤੇ ਅਸਰ ਕਰ ਗਿਆ ਤੇ ਮਰਦੀ ਮਰਦੀ ਦੱਸ ਗਈ, ਮੈਂ ਤੇ ਕੇਵਲ 200 ਰੁਪਏ ਦਾ ਲਾਲਚ ਕੀਤਾ ਹੈ, ਅਸਲ ਵਿੱਚ ਤੁਹਾਡੇ ਬੱਚੇ ਨੂੰ ਮਰਵਾਉਣ ਵਾਲਾ ਪ੍ਰਿਥੀ ਚੰਦ ਹੈ, ਉਹਦੇ ਤੋਂ ਬਚ ਕੇ ਰਿਓ ਜੇ। ਗੁਰੂ ਅਰਜਨ ਦੇਵ ਮਹਾਰਾਜ ਨੇ ਪ੍ਰਿਥੀ ਚੰਦ ਨੂੰ ਕੁਝ ਨਹੀਂ ਆਖਿਆ, ਪਰਮਾਤਮਾ ਦਾ ਧੰਨਵਾਦ ਕੀਤਾ ਹੈ। ਦੂਸਰਾ ਹਮਲਾ ਪ੍ਰਿਥੀ ਚੰਦ ਨੇ ਇੱਕ ਸਪੇਰੇ ਤੋਂ ਕਰਵਾਇਆ। ਆਖਿਆ, ਜਦੋਂ ਬੱਚਾ ਖੇਡਦਾ ਹੋਏਗਾ ਤੇ ਤੂੰ ਉੱਥੇ ਸੱਪ ਛੱਡਣਾ ਹੈ ਤੇ ਉਹ ਬੱਚੇ ਨੂੰ ਡਸ ਲਏਗਾ ਤੇ ਬੱਚਾ ਮੌਤ ਦੇ ਘਾਟ ਉਤਰ ਜਾਏਗਾ। ਤੂੰ ਨੱਸ ਕੇ ਮੇਰੇ ਕੋਲ ਆ ਜਾਈਂ, ਤੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ। ਜਦੋਂ ਸਪੇਰਾ ਗਿਆ, ਉਹਨੇ ਬੀਨ ਵਜਾਈ, ਸਾਰੇ ਇਕੱਠੇ ਹੋ ਗਏ ਤੇ ਜਦੋਂ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦੇਖਿਆ ਬਾਲਕ ਰੂਪ ਵਿੱਚ, ਤੇ ਸਪੇਰੇ ਨੇ ਸੱਪ ਛੱਡਿਆ। ਸੱਪ ਸਿੱਧਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਲ ਆਇਆ ਤੇ ਗੁਰੂ ਨੇ ਸਹਿਜ ਨਾਲ ਹੀ ਸਿਰੀ ਤੋਂ ਪਕੜਿਆ ਤੇ ਜ਼ਮੀਨ ਤੇ ਰਗੜ ਰਗੜ ਕੇ ਸੱਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹੁਣ ਬੀਬੀ ਕਰਮੋਂ ਪ੍ਰਿਥੀ ਚੰਦ ਨੂੰ ਕਹਿੰਦੀ, ਤੁਸੀਂ ਕਹਿੰਦੇ ਸੀ ਕਿ ਬੱਚੇ ਨੂੰ ਮਰਵਾਵਾਂਗਾ, ਦਾਈ ਵੀ ਮਰ ਗਈ, ਸੱਪ ਵੀ ਮਰ ਗਿਆ, ਬੱਚਾ ਹਲੇ ਕਾਇਮ ਹੈ। ਇਹ ਗੱਲ ਮੇਰੇ ਤੋਂ ਜਰੀ ਨਹੀਂ ਜਾਂਦੀ। ਤੁਹਾਨੂੰ ਇੱਕ ਕੰਮ ਦੱਸਿਆ, ਉਹ ਵੀ ਤੁਹਾਡੇ ਤੋਂ ਹੁੰਦਾ ਨਹੀਂ। ਤੇ ਹੁਣ ਇਹਨਾਂ ਨੇ ਇੱਕ ਸਕੀਮ ਲਾਈ ਹੈ। ਗੁਰੂ ਘਰ ਦੇ ਵਿੱਚ ਜਿਹੜਾ ਖਿਡਾਵਾ ਬ੍ਰਾਹਮਣ ਸੀ, ਜਿਹੜਾ ਗੁਰੂ ਨੂੰ ਦਹੀਂ ਵੀ ਖਿਲਾਉਂਦਾ ਹੈ, ਗੁਰੂ ਨੂੰ ਖਿਡਾਉਂਦਾ ਵੀ ਹੈ, ਚੁੱਕਦਾ ਵੀ ਹੈ, ਉਹਨੂੰ ਆਪਣੇ ਘਰ ਬੁਲਾਉਣਾ ਕੀਤਾ। ਉਹਨੂੰ ਆਖਿਆ ਕਿ ਤੂੰ ਬੜਾ ਚੰਗਾ ਇਨਸਾਨ ਹੈ, ਤੇਰਾ ਸੁਭਾਅ ਬੜਾ ਚੰਗਾ ਹੈ, ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ, ਜਿੰਨਾ ਤੂੰ ਕੰਮ ਕਰਦਾ ਹੈ ਉਹਨੇ ਤੈਨੂੰ ਪੈਸੇ ਨਹੀਂ ਮਿਲਦੇ, ਤੇ ਅਸੀਂ ਚਾਹੁੰਦੇ ਆ ਤੇਰਾ ਗੁਜ਼ਾਰਾ ਸੌਖਾ ਹੋਵੇ। ਅਸੀਂ ਤੇਰੇ ਤੋਂ ਇੱਕ ਕੰਮ ਕਰਵਾਉਣਾ, ਤੇ ਜੇ ਤੂੰ ਉਹ ਕੰਮ ਕਰਨ ਵਿੱਚ ਕਾਮਯਾਬ ਹੋ ਗਿਆ, ਤੇਰੇ ਪਰਿਵਾਰ ਦਾ ਸਾਰੀ ਉਮਰ ਦਾ ਖਰਚਾ ਅਸੀਂ ਉਠਾਵਾਂਗੇ। ਉਹ ਕੰਮ ਜਿਹੜਾ ਉਹ ਤੂੰ ਹੀ ਕਰ ਸਕਦਾ ਹੈ। ਤੇ ਬ੍ਰਾਹਮਣ ਨੇ ਹੈਰਾਨ ਹੋ ਕੇ ਪੁੱਛਿਆ ਵੀ ਐਸਾ ਕਿਹੜਾ ਕੰਮ ਹੈ ਜਿਹੜਾ ਮੈਂ ਹੀ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ। ਤੇ ਪ੍ਰਿਥੀ ਚੰਦ ਨੇ ਆਖਿਆ, ਪਹਿਲਾਂ ਜਿਹੜਾ ਗਲ ਵਿੱਚ ਜਨੇਊ ਪਾਇਆ, ਇਹਨੂੰ ਹੱਥ ਵਿੱਚ ਪਕੜ ਕੇ ਕਸਮ ਖਾ ਕਿ ਜਿਹੜੀ ਗੱਲ ਮੈਂ ਤੈਨੂੰ ਦੱਸਣ ਲੱਗਾ ਉਹ ਅੱਗੇ ਕਿਸੇ ਨੂੰ ਨਹੀਂ ਦੱਸੇਗਾ। ਮੈਂ ਵੀ ਵਾਅਦਾ ਕਰਦਾ ਕਿ ਜਿਹੜਾ ਤੇਰੇ ਨਾਲ ਵਾਅਦਾ ਕਰਾਂਗਾ ਪੂਰਾ ਕਰਾਂਗਾ, ਤੇ 500 ਰੁਪਏ ਤੈਨੂੰ ਐਡਵਾਂਸ ਵਿੱਚ ਦੇਵਾਂਗਾ। ਜਦੋਂ ਗੱਲ ਦੱਸੀ ਕਿ ਭਰਾ ਦੇ ਪੁੱਤਰ ਨੂੰ ਖਤਮ ਕਰਨਾ ਹੈ, ਤੇ ਬ੍ਰਾਹਮਣ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਹੈਰਾਨ ਹੋ ਕੇ ਸੋਚੀ ਜਾ ਰਿਹਾ ਹੈ ਕਿ ਕੋਈ ਐਸਾ ਵੀ ਭਰਾ ਹੁੰਦਾ ਹੈ ਜਿਹੜਾ ਭਰਾ ਦੇ ਪੁੱਤਰ ਨੂੰ ਮਾਰਨ ਤੇ ਤੁਲ ਜਾਵੇ। ਸੋਚਦੇ ਹੋਏ ਇਹਨੂੰ ਮੋਢੇ ਤੋਂ ਪਕੜ ਕੇ ਪ੍ਰਿਥੀ ਚੰਦ ਨੇ ਹਿਲਾਇਆ, ਕਹਿਣ ਲੱਗਾ, ਜੇ ਤੂੰ ਕੰਮ ਕਰੇ ਤੇ ਸਾਰੇ ਜੀਵਨ ਦਾ, ਤੇਰੇ ਪਰਿਵਾਰ ਦਾ ਖਰਚਾ ਅਸੀਂ ਉਠਾਵਾਂਗੇ। ਇਹ 500 ਰੁਪਏ ਤੈਨੂੰ ਐਡਵਾਂਸ ਵਿੱਚ ਦੇਣੇ ਆ। ਉਹਨੇ ਹਾਂ ਕਰ ਦਿੱਤੀ, ਲਾਲਚ ਵਿੱਚ ਆ ਗਿਆ। ਪ੍ਰਿਥੀ ਚੰਦ ਨੇ ਜ਼ਹਿਰ ਦੀ ਪੁੜੀ ਵੀ ਕੋਲੋਂ ਦਿੱਤੀ। ਇਸ ਬ੍ਰਾਹਮਣ ਨੇ ਆਪਣੇ ਸਿਰ ਦੇ ਉੱਤੇ ਬੰਨੇ ਹੋਏ ਕੱਪੜੇ ਦੇ ਵਿੱਚ ਉਹ ਜ਼ਹਿਰ ਦੀ ਪੁੜੀ ਨੂੰ ਸੰਭਾਲਿਆ ਹੈ। ਰਾਤ ਸੌਂ ਕੇ ਬਤੀਤ ਕੀਤੀ। ਦਿਨੇ ਗੁਰੂ ਘਰ ਵਿੱਚ ਗਿਆ ਤੇ ਕਹਿੰਦਾ, ਲਿਆਓ ਮੈਂ ਬੱਚੇ ਨੂੰ ਦਹੀਂ ਖਿਲਾਉਣਾ। ਉਹ ਪੁੜੀ ਜ਼ਹਿਰ ਵਾਲੀ ਦਹੀਂ ਦੇ ਵਿੱਚ ਮਿਲਾਈ ਤੇ ਉਂਗਲ ਦੇ ਨਾਲ ਉੱਥੇ ਲਿਖਿਆ, ਚੰਗੀ ਤਰ੍ਹਾਂ ਉਂਗਲ ਫੇਰ ਕੇ ਦਹੀਂ ਵਿੱਚ ਜ਼ਹਿਰ ਮਿਲਾਇਆ, ਤੇ ਫਿਰ ਉਹ ਦਹੀਂ ਵਾਲਾ ਬਰਤਨ ਗੁਰੂ ਦੇ ਮੂੰਹ ਨੂੰ ਲਾਉਣ ਲੱਗਾ, ਤੇ ਗੁਰੂ ਸਾਹਿਬ ਜੀ ਸੱਜੇ ਖੱਬੇ ਆਪਣਾ ਮੂੰਹ ਕਰ ਲੈਂਦੇ ਨੇ, ਕਦੇ ਅੱਗੇ ਹੱਥ ਕਰ ਦਿੰਦੇ ਨੇ। ਫਿਰ ਇਸ ਬ੍ਰਾਹਮਣ ਨੇ ਦੋਵੇਂ ਹੱਥ ਆਪਣੇ ਇੱਕ ਹੱਥ ਵਿੱਚ ਪਕੜ ਲਏ
ਤੇ ਦੂਜੇ ਹੱਥ ਨਾਲ ਬਰਤਨ ਮੂੰਹ ਵੱਲ ਲਿਆਇਆ ਤੇ ਗੁਰੂ ਸਾਹਿਬ ਜੀ ਨੇ ਉੱਚੀ ਚੀਕ ਮਾਰ ਕੇ ਪੁਕਾਰ ਕੀਤੀ। ਮਾਤਾ ਜੀ ਦੇ ਕੰਨਾਂ ਵਿੱਚ ਆਵਾਜ਼ ਪਈ, ਕਹਿੰਦੇ ਬਾਲਕ ਕਿਉਂ ਰੋ ਰਿਹਾ ਹੈ? ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਸੇਵਕ ਭੇਜਿਆ ਤੇ ਬ੍ਰਾਹਮਣ ਨੂੰ ਆਖਿਆ ਵੀ ਗੁਰੂ ਸਾਹਿਬ ਜੀ ਬੁਲਾ ਰਹੇ ਨੇ। ਦਹੀਂ ਦਾ ਕਟੋਰਾ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਲਕ ਰੂਪ ਵਿੱਚ, ਨਾਲ ਖਡਾਵਾ ਬ੍ਰਾਹਮਣ ਗੁਰੂ ਸਾਹਿਬ ਜੀ ਦੇ ਸਾਹਮਣੇ ਪੇਸ਼ ਕੀਤਾ। ਗੁਰੂ ਸਾਹਿਬ ਪੁੱਛਦੇ ਨੇ ਕਿ ਬਾਲਕ ਰੋ ਕਿਉਂ ਰਿਹਾ ਹੈ? ਤੇ ਬ੍ਰਾਹਮਣ ਕਹਿੰਦਾ ਇਹ ਦਹੀਂ ਨਹੀਂ ਸੀ ਖਾ ਰਿਹਾ, ਮੈਂ ਝਿੜਕ ਦਿੱਤਾ ਤੇ ਇਸ ਵਾਸਤੇ ਰੋਇਆ। ਗੁਰੂ ਸਾਹਿਬ ਜੀ ਕਹਿੰਦੇ, ਗੁਰੂ ਅਰਜਨ ਦੇਵ ਜੀ ਮਹਾਰਾਜ, ਕਿ ਜੇ ਤੁਹਾਡੇ ਕੋਲੋਂ ਨਹੀਂ ਖਾਂਦਾ, ਅਸੀਂ ਆਪਣੇ ਪੁੱਤਰ ਨੂੰ ਦਹੀਂ ਖਿਲਾਉਂਦੇ ਹਾਂ। ਆਪਣੇ ਹੱਥ ਵਿੱਚ ਲੈ ਲਿਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮੁਖ ਵੱਲ ਲੈ ਕੇ ਆਏ। ਤੇ ਹੁਣ ਗੁਰੂ ਨੇ ਮੁਖ ਨਾ ਸੱਜੇ ਬੰਨੇ ਕੀਤਾ ਨਾ ਖੱਬੇ ਬੰਨੇ ਕੀਤਾ। ਸ਼ਾਇਦ ਕਹਿ ਰਹੇ ਨੇ ਕਿ ਗੁਰੂ ਪਿਤਾ ਜੀ ਤੁਸੀਂ ਅੰਤਰਜਾਮੀ ਹੋ, ਤੁਹਾਨੂੰ ਪਤਾ ਹੈ ਕਿ ਇਸ ਦਹੀਂ ਦੇ ਵਿੱਚ ਜ਼ਹਿਰ ਹੈ, ਫਿਰ ਵੀ ਖਿਲਾਉਣਾ ਚਾਹੁੰਦੇ ਹੋ ਤੇ ਮੈਂ ਇਨਕਾਰ ਨਹੀਂ ਕਰਾਂਗਾ। ਮੁਖ ਦੇ ਕੋਲ ਲਿਆ ਕੇ ਵਾਪਸ ਲੈ ਗਏ। ਕਹਿੰਦੇ ਜੇ ਬੱਚਾ ਨਹੀਂ ਖਾਣਾ ਚਾਹੁੰਦਾ, ਚਲੋ ਕੂਕਰ ਨੂੰ ਪਾ ਦਿੰਨੇ ਆ। ਜ਼ਮੀਨ 'ਤੇ ਕਟੋਰਾ ਰਖਵਾਇਆ ਤੇ ਉਸ ਕੂਕਰ ਨੂੰ ਆਵਾਜ਼ ਦਿੱਤੀ ਜਿਹੜਾ ਗੁਰੂ ਦੇ ਕੋਲ ਹੀ ਬੈਠਾ ਹੋਇਆ ਹੈ। ਕਵੀ ਸੰਤੋਖ ਸਿੰਘ ਨੇ ਉਹਦੀ ਨਸਲ ਵੀ ਲਿਖੀ ਹੈ, ਪਿਸਤਾ ਨਸਲ ਦਾ ਇਹ ਕੂਕਰ ਹੈ। ਤੁਸੀਂ ਜਦੋਂ ਨੈੱਟ 'ਤੇ ਦੇਖੋਗੇ ਤੇ ਸਾਹਮਣੇ ਇਹਦੀ ਫੋਟੋ ਆ ਜਾਏਗੀ। ਛੋਟੇ ਜਿਹੇ ਕੱਦ ਦਾ ਇਹ ਕੂਕਰ ਹੈ। ਤੇ ਜਦੋਂ ਆਖਿਆ ਭਾਈ ਦਹੀਂ ਖਾ ਲੈ ਤੇ ਉਹਨੇ ਸੁੰਘ ਕੇ ਛੱਡ ਦਿੱਤਾ ਹੈ। ਕਵੀ ਕਹਿੰਦਾ ਕਿ ਕੂਕਰ ਗੁਰੂ ਦੇ ਚਰਨ ਚੁੰਮਦਾ, ਉਹਨੂੰ ਵੀ ਇੰਨੀ ਸੋਝੀ ਹੈ, ਉਹ ਵੀ ਪਛਾਣ ਗਿਆ ਕਿ ਇਸ ਦਹੀਂ ਦੇ ਵਿੱਚ ਜ਼ਹਿਰ ਮਿਲਿਆ ਹੋਇਆ, ਮੈਂ ਨਹੀਂ ਖਾਣਾ। ਗੁਰੂ ਨੇ ਦੂਜੀ ਆਵਾਜ਼ ਦਿੱਤੀ, ਕੋਈ ਗੱਲ ਨਹੀਂ, ਖਾ ਲੈ, ਤੂੰ ਸਾਡੇ ਵਿੱਚ ਹੀ ਮਿਲ ਜਾਏਗਾ। ਫਿਰ ਕੂਕਰ ਨੇ ਦਹੀਂ ਖਾ ਲਿਆ, ਤੜਪ ਤੜਪ ਕੇ ਆਪਣੇ ਪ੍ਰਾਣ ਦੇ ਦਿੱਤੇ। ਸਾਰਾ ਘਟਨਾਕ੍ਰਮ ਉਹ ਬ੍ਰਾਹਮਣ ਦੇਖ ਰਿਹਾ ਹੈ ਕਿ ਹੁਣ ਮੇਰਾ ਪਾਜ ਉਗੜ ਗਿਆ। ਉਹਦੇ ਪੇਟ ਦੇ ਵਿੱਚ ਸੂਲ ਉੱਠਿਆ ਹੈ। ਉਸ ਪੇਟ ਦੇ ਸੂਲ ਦੇ ਨਾਲ ਬ੍ਰਾਹਮਣ ਜਿਹੜਾ ਸੀ ਉਹ ਮਰ ਗਿਆ। ਮਰਨ ਤੋਂ ਪਹਿਲਾਂ ਦੱਸਿਆ ਕਿ ਮੈਂ ਤਾਂ ਪੈਸੇ ਦੇ ਲਾਲਚ ਵਿੱਚ ਆਇਆ, ਅਸਲ ਵਿੱਚ ਤੁਹਾਡੇ ਪੁੱਤਰ ਨੂੰ ਮਰਵਾਉਣ ਵਾਲਾ ਤੁਹਾਡਾ ਆਪਣਾ ਭਰਾ, ਇਹਦਾ ਤਾਇਆ ਹੈ। ਫਿਰ ਵੀ ਗੁਰੂ ਨੇ ਪ੍ਰਿਥੀ ਚੰਦ ਨੂੰ ਕੁਝ ਨਹੀਂ ਜਾ ਕੇ ਲਾਂਭਾ ਨਹੀਂ ਦਿੱਤਾ, ਪਰਮਾਤਮਾ ਦਾ ਧੰਨਵਾਦ ਕੀਤਾ ਹੈ। ਗੁਰਬਾਣੀ ਵਿੱਚ ਸ਼ਬਦ ਉਚਾਰਿਆ, ਲੇਪ ਨਾ ਲਾਗੋ ਤਿਲ ਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਕਹਿੰਦੇ ਇਹ ਜਿਹੜਾ ਦੁਸ਼ਟ ਸੀ, ਇਹਦੀ ਭੈੜੀ ਕਰਤੂਤ ਦਾ ਬਾਲਕ ਹਰਗੋਬਿੰਦ ਨੂੰ ਜਰਾ ਵੀ ਲੇਪ ਨਹੀਂ ਲੱਗਾ। ਕਹਿੰਦੇ ਇਹ ਦੁਸ਼ਟ ਬ੍ਰਾਹਮਣ ਪੇਟ ਦੇ ਵਿੱਚ ਸੂਲ ਹੋਣ ਦੇ ਨਾਲ ਮੌਤ ਦੇ ਘਾਟ ਉਤਰ ਗਿਆ ਹੈ। ਅਖੀਰ ਵਿੱਚ ਕਹਿ ਦਿੱਤਾ, ਮਲੇਸ਼ ਪਾਪੀ ਪਚਿਆ ਭਇਆ ਨਿਰਾਸ। ਉਹਦੀ ਆਸ ਪੂਰੀ ਨਹੀਂ ਹੋਈ ਜਿਹੜੀ ਆਸ ਲੈ ਕੇ ਆਇਆ ਸੀ, ਤੇ ਗੁਰੂ ਵੱਲੋਂ ਬੇਮੁਖ ਹੋ ਕੇ ਮਰ ਗਿਆ ਹੈ। ਗੁਰੂ ਸਾਹਿਬ ਜੀ ਦੇ ਉੱਤੇ ਚੌਥਾ ਹਮਲਾ ਪ੍ਰਿਥੀ ਚੰਦ ਨੇ ਕਰਾਇਆ। ਇੱਕ ਨੰਦ ਰਾਮ ਬੱਚਾ ਜਿਹੜਾ ਗੁਰੂ ਨਾਲ ਖੇਡਦਾ ਤੇ ਉਹਦੇ ਚਾਚੇ ਨੂੰ ਲਾਲਚ ਦੇ ਕੇ ਉਹਦੇ ਜਿਹੜਾ ਕਮੀਜ਼ ਹੈ ਉਹਦੀਆਂ ਦੋਵਾਂ ਜੇਬਾਂ ਵਿੱਚ 2 ਤਰ੍ਹਾਂ ਦੀ ਮਠਿਆਈ ਪਵਾਈ। ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਨੇ, ਉਹਨੂੰ ਸਮਝਾਇਆ ਕਿ ਬੇਟਾ ਇਸ ਜੇਬ ਵਿੱਚੋਂ ਤੂੰ ਆਪ ਮਠਿਆਈ ਖਾਣੀ ਤੇ ਦੂਜੀ ਜੇਬ ਵਿੱਚੋਂ ਹਰਗੋਬਿੰਦ ਨੂੰ ਖਵਾਈ। ਪਰ ਜਦੋਂ ਉਹ ਖਵਾਉਣ ਲੱਗਾ, ਚੰਗੀ ਮਠਿਆਈ ਗੁਰੂ ਨੂੰ ਖਵਾਉਂਦਾ ਤੇ ਜਿਹੜੀ ਜ਼ਹਿਰ ਵਾਲੀ ਮਠਿਆਈ ਆਪ ਖਾਈ ਜਾਂਦਾ। ਮਠਿਆਈ ਖਾਂਦਾ ਖਾਂਦਾ ਉੱਥੇ ਖੇਡ ਦੇ ਮੈਦਾਨ ਵਿੱਚ ਹੀ ਡਿੱਗ ਪਿਆ ਤੇ ਉਹਦੀ ਮੌਤ ਹੋ ਗਈ। ਉੱਥੇ ਸ਼ਬਦ ਆਉਂਦਾ ਕਿ ਚੰਗੀ ਦੇਵੇ ਸਾਹਿਬ ਨੂੰ, ਮੰਦੀ ਖਾਵੇ ਆਪ। ਜ਼ਹਿਰੀਲੀ ਮਠਿਆਈ ਖਾ ਕੇ ਉਹ ਬੱਚਾ ਮਰ ਗਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਰਮਾਤਮਾ ਨੇ ਆਪ ਰੱਖਿਆ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ।
ਕਰਮੋਂ ਜਿਹੜੀ ਹੈ ਫਿਰ ਆਪਣੇ ਪਤੀ ਨੂੰ ਖਰੀਆਂ ਖਰੀਆਂ ਸੁਣਾਉਂਦੀ ਹੈ। ਉਧਰ ਕਾਲ ਪੈ ਗਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਪੀੜਤਾਂ ਦੀ ਸੇਵਾ ਵਿੱਚ ਲੱਗ ਗਏ। ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦਿਨਾਂ ਵਿੱਚ ਪਰਿਵਾਰ ਵੀ ਨਾਲ ਹੈ। ਗੁਰੂ ਸਾਹਿਬ ਦੇ ਸਰੀਰ ਤੇ ਚੇਚਕ ਦੀ ਬਿਮਾਰੀ ਆ ਗਈ। ਕਈਆਂ ਨੇ ਇਹਨੂੰ ਮਾਤਾ ਦੇ ਨਾਮ ਨਾਲ ਜੋੜਿਆ, ਪਰ ਅਸਲ ਵਿੱਚ ਇਹ ਇੱਕ ਪ੍ਰਕਾਰ ਦੀ ਬਿਮਾਰੀ ਹੈ। ਬਿਮਾਰੀ ਆ ਗਈ ਤੇ ਕਈਆਂ ਨੇ ਸਲਾਹਾਂ ਵੀ ਦਿੱਤੀਆਂ। ਉਧਰ ਪ੍ਰਿਥੀ ਚੰਦ ਆਪਣੀ ਘਰਵਾਲੀ ਨੂੰ ਕਹਿੰਦਾ, ਹੁਣ ਬੜੀ ਤਕੜੀ ਬਿਮਾਰੀ ਆਈ ਹੈ ਬੱਚੇ ਦੇ ਸਰੀਰ ਤੇ, ਹੁਣ ਨਹੀਂ ਬਚੇਗਾ। ਇਧਰ ਸਲਾਹਾਂ ਦੇਣ ਵਾਲੇ ਕਹਿਣ ਲੱਗੇ ਇੱਥੇ ਮੱਥਾ ਟਿਕਾਓ, ਉੱਥੇ ਟਿਕਾਓ। ਤੇ ਗੁਰੂ ਸਾਹਿਬ ਨੇ ਆਖਿਆ, ਜਿਸ ਪਰਮਾਤਮਾ ਨੇ ਦਿੱਤਾ ਹੈ ਉਹੀ ਇਹਨੂੰ ਆਰੋਗ ਕਰੇਗਾ, ਉਹੀ ਠੀਕ ਕਰੇਗਾ। ਤੇ ਸ਼ਬਦ ਉਚਾਰਿਆ, ਨੇਤਰ ਪ੍ਰਗਾਸ ਕੀਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ, ਸੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਕਹਿੰਦੇ ਜਿਹਦੇ ਨੇਤਰਾਂ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਪ੍ਰਮਾਤਮਾ ਨੇ, ਉਹਦੇ ਥਾਂ ਥਾਂ ਤੇ ਭਟਕਣ ਦੇ ਸਾਰੇ ਭਰਮ ਦੂਰ ਹੋ ਗਏ। ਉਹ ਫਿਰ ਇੱਕ ਦਰਦਾ ਹੋ ਜਾਂਦਾ ਹੈ। ਚੰਪਾ ਦੇ ਫੁੱਲ ਤੇ ਭੌਰਾ ਨਹੀਂ ਜੇ ਬਹਿੰਦਾ, ਬੜਾ ਸੋਹਣਾ ਫੁੱਲ ਹੈ, ਰੂਪ ਰੰਗ ਵਾਸ਼ਨਾ। ਇੱਕ ਕਵੀ ਨੇ ਸਵਾਲ ਕੀਤਾ, ਚੰਪਾ ਤੁਝ ਮੈਂ ਤੀਨ ਗੁਣ, रूप रंग अर बास, वो औगण है कौन सा जो भवर न बैठे पास। ते अगों जवाब दिता, कहती रसिया मुझ में तीन गुण, रूप रंग अर बास, जगह जगह के मीत को कौन बहावे पास। कहती उन मैं आप ही अपने कोल नहीं बहन देंदी, थां थां ते फिरन वाला है, थां थां ते फिरन वाला खाली रह जाता है। इस वास्ते एक दर दे हो के पुकार करिए ते झोली रहमतां नाल भर जाती है। गुरु साहब कहते परमात्मा ने ही गुरु हरगोबिंद साहब महाराज नूं चेचक की बीमारी तो बचाया, जिन्हों तुसी लोग शीतला कहते हो। उस परमात्मा ने कृपा की है। ते फिर शीतला ठाक रहाई, बिघन गए हर नाई। ये शीतला की बीमारी दूर हुई, बिघना का नाश होया है, ये परमात्मा ने आप कृपा की है। जदों बच्चा बच गया तो बीबी करमों फिर कहती तुसी ते कहंदे सी बच्चा बचेगा नहीं, कहंदे उन्होंने रब नूं ध्याया बड़ा है। इस वास्ते जिहदे सिर दे उत्ते राखा रब बन जावे, उन्होंने कोई मार नहीं सकता। ये गल प्रिथी चंद ने भी कह दी। गुरु हरगोबिंद साहब महाराज नूं इस तरह परमात्मा ने आप बचाया। जे बुखार आया तो फिर भी गुरु अर्जन देव महाराज ने परमात्मा का धन्नवाद किया। मेरा सतगुर रखवाला हुआ, धार कृपा प्रभ हाथ दे राखिया, हर गोबिंद नवा नरोआ। ताप गया प्रभ आप मिटाया, जन की लाज रखाई। साध संगत ते सफल पाए, सतगुर कै बल जाई। इस तरह उस परमात्मा का धन्नवाद किया। थां थां ते उस परमात्मा का धन्नवाद करते ने। ते गुरु साहब जी नूं विद्या की सिखलाई लई बाबा बुढ़ा साहब जी दे कोल लैके आए। बाबा बुढ़ा साहब जी ने कहा मैं तो बहुता पढ़िया लिखिया नहीं। ते गुरु अर्जन देव महाराज जी कहन लगे बाबा जी वो कुछ सिखा दिओ जिन्हों देख के गुरु नानक देव जी महाराज ने कहा सी बुढ़िया मैं तेरे तो कदे भी ओले नहीं होवांगा। जे गुरु कदे ओले ना होवे, इस तो चंगी पढ़ाई होर किहड़ी हो सकती है। बाबा बुढ़ा साहब जी तुसी ओ गुण मेरे पुत्र दे अंदर पा दिओ। गुरु साहब जी नूं शास्त्र विद्या, घोड़ सवारी, युद्ध सिखलाई, सारियां विद्या जड़ियां वो सिखलाइयां गईयां, निपुण किया गया। गुरु साहब जी की उम्र अजे तकरीबन 11 क साल की सी जदों गुरु अर्जन देव महाराज जी शहादत का जाम पींदे ने।
ਉਧਰੋਂ ਲਾਹੌਰ ਤੋਂ ਸੱਦਾ ਆਇਆ। ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ। ਇੱਕ ਤਾਂ ਚੰਦੂ ਵੀ ਦੁਖੀ ਸੀ ਕਿ ਮੇਰੀ ਬੱਚੀ ਦਾ ਰਿਸ਼ਤਾ ਮੋੜਿਆ। ਉਧਰ ਖੁਸਰੋ ਦੀ ਬਗਾਵਤ ਦਾ ਗੁਰੂ ਸਾਹਿਬ ਜੀ ਦੇ ਨਾਲ ਜੋੜ ਕੇ ਕੰਨ ਭਰੇ ਗਏ ਬਾਦਸ਼ਾਹ ਦੇ। ਬਾਦਸ਼ਾਹ ਆਪ ਵੀ ਚਾਹੁੰਦਾ ਸੀ। ਤੇ ਇਹ ਸਾਰੇ ਕਾਰਨ ਜਿਹੜੇ ਇਕੱਠੇ ਹੋਏ, ਗੁਰੂ ਸਾਹਿਬ ਜੀ ਨੂੰ ਲਾਹੌਰ ਦਰਬਾਰ ਵਿੱਚ ਬੁਲਾਇਆ। ਜਿਹੜੇ ਸਿਪਾਹੀ ਲੈਣ ਆਏ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਆਖਿਆ, ਤੁਸੀਂ ਜਾਓ, ਅਸੀਂ ਆਪਣੇ ਆਪ ਆਵਾਂਗੇ। ਗੁਰੂ ਸਾਹਿਬ ਜੀ ਪਹੁੰਚੇ ਨੇ। ਕਿਹਾ ਗਿਆ ਵੀ ਜਾਂ ਤੇ ਹਜ਼ਰਤ ਮੁਹੰਮਦ ਦੀ ਸਿਫਤ ਲਿਖੋ ਗੁਰੂ ਗ੍ਰੰਥ ਸਾਹਿਬ ਵਿੱਚ, ਜਾਂ ਇਸਲਾਮ ਕਬੂਲ ਕਰੋ, ਤੇ ਜਾਂ ਫਿਰ ਸ਼ਹੀਦ ਹੋਣ ਲਈ ਤਿਆਰ ਹੋ ਜਾਓ। ਤੇ ਚੰਦੂ ਕਹਿਣ ਲੱਗਾ ਬਾਦਸ਼ਾਹ ਨੂੰ ਕਿ ਤੁਸੀਂ ਮੇਰੇ ਹਵਾਲੇ ਕਰ ਦਿਓ, ਮੈਂ ਇਹਨਾਂ ਤੋਂ ਤੁਹਾਨੂੰ ਮਾਇਆ ਵਸੂਲ ਕੇ ਦੇਵਾਂਗਾ। ਉਹਨੇ ਜਿਸ ਤਰ੍ਹਾਂ ਆਪਣੀ ਹਵੇਲੀ ਵਿੱਚ ਕੈਦ ਕੀਤਾ ਤੇ ਹੁਕਮ ਕੀਤਾ, ਜੇ ਲੰਮੇ ਪੈਣਾ ਚਾਹਣ ਜਾਂ ਖਾਣਾ ਖਾਣਾ ਚਾਹਣ, ਜੇ ਪਾਣੀ ਮੰਗਣ, ਆਰਾਮ ਕਰਨ ਲਈ ਆਖਣ, ਤੇ ਹਰ ਸਮੇਂ ਇਹਨਾਂ ਨੂੰ ਕਹਿਣਾ 1 ਲੱਖ ਰੁਪਈਆ ਦਿਓ ਤੇ ਇੱਕ ਗੱਲ ਤੁਹਾਡੀ ਪ੍ਰਮਾਣ ਹੋ ਸਕਦੀ ਹੈ। ਤੇ ਜਦੋਂ ਗੁਰੂ ਅਡੋਲ ਰਹੇ, ਇਹਨਾਂ ਨੇ ਕਈ ਤਸੀਹੇ ਦਿੱਤੇ, ਅਖੀਰ ਪੱਥਰ ਵੀ ਮਾਰੇ, ਫਿਰ ਗੁਰੂ ਨੂੰ ਦਰਿਆ ਦੇ ਵਿੱਚ ਇਹਨਾਂ ਵਹਾ ਦਿੱਤਾ। ਉਸ ਤੋਂ ਬਾਅਦ ਜਦ ਸਿੱਖਾਂ ਨੇ ਆ ਕੇ ਸਾਰੀ ਗੱਲ ਦੱਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ। ਹੁਣ ਗੁਰੂ ਸਾਹਿਬ ਨੇ ਆਖਿਆ, ਸੇਲੀ ਟੋਪੀ ਤੋਸ਼ੇਖਾਨੇ ਵਿੱਚ ਰੱਖ ਦਿਓ। ਹੁਣ ਅਸੀਂ ਤੇ ਦਸਤਾਰ ਸਜਾਵਾਂਗੇ ਹੀ, ਸਾਡੇ ਸਿੱਖ ਵੀ ਦਸਤਾਰਾਂ ਸਜਾਉਣਗੇ, ਅਸੀਂ ਵੀ ਘੋੜ ਸਵਾਰੀ ਕਰਾਂਗੇ ਤੇ ਸਿੱਖ ਵੀ ਕਰਨਗੇ। ਕਹਿੰਦੇ ਗੁਰੂ ਨੇ ਉਸ ਵੇਲੇ ਸੰਦੇਸ਼ੇ ਪਹੁੰਚਾਏ ਕਿ ਸਾਨੂੰ ਜਿਹੜਾ ਜਵਾਨ ਪੁੱਤਰ ਭੇਟਾ ਕਰੇਗਾ, ਜਿਹੜਾ ਸਾਨੂੰ ਸੁੰਦਰ ਘੋੜਾ ਭੇਟਾ ਕਰੇਗਾ, ਜਿਹੜਾ ਸਾਨੂੰ ਸੋਹਣਾ ਸ਼ਾਸਤਰ ਭੇਟਾ ਕਰੇਗਾ, ਉਹਦੇ 'ਤੇ ਖੁਸ਼ੀ ਹੋਏਗੀ ਸਾਡੀ। ਕਹਿੰਦੇ 500 ਜਵਾਨ ਕੁਝ ਹੀ ਦਿਨਾਂ ਵਿੱਚ ਗੁਰੂ ਦੀ ਫੌਜ ਵਿੱਚ ਭਰਤੀ ਹੋ ਗਏ ਸਨ। ਤੇ ਗੁਰੂ ਸਾਹਿਬ ਜੀ ਨੇ ਅਕਾਲ ਤਖਤ ਦੀ ਰਚਨਾ ਕੀਤੀ 1609 ਸਨ ਦੇ ਵਿੱਚ। 20 ਦਿਨਾਂ ਦੇ ਵਿੱਚ ਤਿਆਰ ਹੋਇਆ ਤੇ ਇੱਕ ਥੜੇ ਨੁਮਾ ਤਖਤ ਬਣਾਇਆ ਸੀ। ਉਹ 14 ਫੁੱਟ ਲੰਬਾ ਸੀ ਤੇ 8 ਫੁੱਟ ਚੌੜਾ ਸੀ ਤੇ 7 ਫੁੱਟ ਉੱਚਾ ਸੀ। ਦਿੱਲੀ ਦੇ ਤਖਤ ਨਾਲੋਂ ਉੱਚਾ ਸੀਗਾ। ਜਿਸ ਦਿਨ ਉਹਦੇ ਉੱਤੇ ਬੈਠਣਾ ਹੈ, ਪਹਿਲੀ ਇੱਟ ਗੁਰੂ ਨੇ ਰੱਖੀ ਸੀ, ਬਾਕੀ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਬਣਾਇਆ ਸੀ। ਤੇ ਜਿਸ ਦਿਨ ਤਖਤ ਨਸ਼ੀਨੀ ਹੋਣੀ ਹੈ, ਸੰਗਤਾਂ ਨੂੰ ਪਹਿਲਾਂ ਹੁਕਮਨਾਮੇ ਭੇਜੇ ਹੋਏ ਸਨ, ਬੜਾ ਵੱਡਾ ਇਕੱਠ ਹੋਇਆ ਹੈ। ਗੁਰੂ ਸਾਹਿਬ ਜੀ ਆਪਣੇ ਨਿਵਾਸ ਸਥਾਨ ਤੋਂ ਆਏ, ਗੁਰੂ ਕੇ ਮਹਿਲਾਂ ਵਿੱਚੋਂ ਆਏ। ਪਹਿਲਾਂ ਹਰਿਮੰਦਰ ਸਾਹਿਬ ਨਤਮਸਤਕ ਹੋਏ, ਫਿਰ ਉਹਨਾਂ ਨੇ ਆ ਕੇ ਤਖਤ ਦੇ ਉੱਤੇ ਬੀਰ ਆਸਨ ਵਿੱਚ ਬਿਰਾਜਮਾਨ ਹੋਣਾ ਕੀਤਾ ਹੈ। ਪੀਲੇ ਰੰਗ ਦੇ ਸਤਿਗੁਰੂ ਨੇ ਬਸਤਰ ਪਹਿਨੇ ਹੋਏ ਨੇ, ਪਿੱਠ ਦੇ ਉੱਤੇ ਕਮਰ ਦੇ ਉੱਤੇ ਢਾਲ ਹੈ, ਔਰ ਗੁਰੂ ਸਾਹਿਬ ਜੀ ਨੇ ਇੱਕ ਹੱਥ ਦੇ ਵਿੱਚ ਧਨੁਸ਼ ਫੜਿਆ ਹੋਇਆ ਹੈ ਤੇ ਇੱਕ ਹੱਥ ਦੇ ਵਿੱਚ ਤੀਰ ਪਕੜਿਆ ਹੋਇਆ ਹੈ। ਤੇ ਗੁਰੂ ਸਾਹਿਬ ਨੇ ਆਖਿਆ, ਆਨੋ ਸ਼ਾਸਤਰ ਜੋ ਹਮ ਬਣਵਾਏ, ਜਿਹੜੇ ਅਸੀਂ ਉਚੇਚੇ ਬਣਵਾਏ ਨੇ, ਉਹ ਸ਼ਾਸਤਰ ਲੈ ਕੇ ਆਓ। ਉਹ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਸਨ, ਜਿਹੜੀਆਂ ਗੁਰੂ ਸਾਹਿਬ ਜੀ ਨੂੰ ਉਸ ਵੇਲੇ ਪਹਿਨਾਈਆਂ ਗਈਆਂ। ਪਨਾਉਣ ਲੱਗਿਆ ਕੋਈ ਭੁਲੇਖਾ ਲੱਗਣ ਵਾਲੀ ਗੱਲ ਨਹੀਂ ਸੀ। ਇਹ ਉਚੇਚੀਆਂ ਬਣਵਾਈਆਂ ਸਨ। ਮੀਰੀ ਦੀ ਥੋੜ੍ਹੀ ਜਿਹੀ ਛੋਟੀ ਤੇ ਪੀਰੀ ਦੀ ਥੋੜ੍ਹੀ ਜਿਹੀ ਵੱਡੀ। ਹੁਣ ਨਿਸ਼ਾਨ ਸਾਹਿਬ ਵੀ ਜਾ ਕੇ ਦੇਖੋਗੇ, ਜਿਹੜਾ ਇੱਕ ਨਿਸ਼ਾਨ ਸਾਹਿਬ ਥੋੜ੍ਹਾ ਜਿਹਾ ਉੱਚਾ ਹੈ ਤੇ ਇੱਕ ਨੀਵਾਂ ਹੈ। ਪੀਰੀ ਦਾ ਉੱਚਾ ਤੇ ਮੀਰੀ ਦਾ ਨੀਵਾਂ। ਗੁਰੂ ਘਰ ਵਿੱਚ ਰਾਜਨੀਤੀ ਧਰਮ ਦੇ ਅਧੀਨ ਹੋ ਕੇ ਚੱਲੇ, ਇਹਦਾ ਇਹ ਮਤਲਬ ਹੈ। ਧਰਮ ਦੇ ਨਾਲ ਰਾਜਨੀਤੀ, ਭਗਤੀ ਦੇ ਨਾਲ ਸ਼ਕਤੀ, ਮੀਰੀ ਦੇ ਨਾਲ ਪੀਰੀ। ਪੀਰੀ ਪਹਿਲਾਂ ਸੀ, ਮੀਰੀ ਬਾਅਦ ਵਿੱਚ ਆਈ। ਗੁਰੂ ਸਾਹਿਬ ਨੇ ਜਦੋਂ ਤਖਤ 'ਤੇ ਬੈਠੇ, ਸ਼ਾਸਤਰ ਪਹਿਨੇ ਤੇ ਸੁਰ ਸਿੰਘ ਦੇ ਰਹਿਣ ਵਾਲੇ ਢਾਡੀਆਂ ਨੇ ਵਾਰ ਗਾਈ ਸੀ। 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਾਂ ਕੋਟ ਗੜ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਰ ਜੀ, ਪੱਗ ਤੇਰੀ ਕੀ ਜਾਂਗੀਰ ਦੀ। ਸਮੇਂ ਦੇ ਬਾਦਸ਼ਾਹ ਦੀ ਪੱਗ ਨੂੰ ਆਖਿਆ, ਜਾਂਗੀਰ ਦੀ ਪੱਗ ਤੇ ਕੁਛ ਵੀ ਨਹੀਂ ਤੁਹਾਡੀ ਦਸਤਾਰ ਦੇ ਸਾਹਮਣੇ।
ਫਿਰ ਤਖਤ ਦੀ ਗੱਲ ਕੀਤੀ। ਸੱਚਾ ਤਖਤ ਸਹਾਇਓ ਸ਼੍ਰੀ ਗੁਰ ਪਾਏ ਕੈ, ਸ਼ਬ ਬਰਨੀ ਨੈ ਜਾਏ ਕਹੋ ਕਿਆ ਗਾਏ ਕੈ। ਸ਼੍ਰੀ ਗੁਰ ਤਖਤ ਬਰਾਜੇ ਪ੍ਰਭੂ ਧਿਆਏ ਕੈ, ਮੀਰ ਅਬਦੁੱਲਾ ਓ ਨਥਾ ਮਲ ਜਸ ਕਹਿ ਸੁਨਾਏ ਕੈ। ਇਹ ਤਖਤ ਦੇ ਵਾਸਤੇ ਉਹਨਾਂ ਨੇ ਵਾਰ ਰਚੀ ਵੀ ਤਖਤ ਵੀ ਸੋਭਾ ਵਾਲਾ ਹੋ ਗਿਆ। ਜਦੋਂ ਗੁਰੂ ਸਾਹਿਬ ਜੀ ਉੱਤੇ ਬੈਠ ਗਏ, ਘੋੜਿਆਂ ਦਾ ਤਬੇਲਾ ਬਣ ਗਿਆ। ਉਸ ਦਿਨ ਸ਼ਾਸਤਰਾਂ ਦਾ ਢੇਰ ਲੱਗ ਗਿਆ। ਬੜੇ ਨੌਜਵਾਨ ਆਏ ਜਿਨ੍ਹਾਂ ਆਖਿਆ 2 ਵਕਤ ਦਾ ਪ੍ਰਸ਼ਾਦਾ ਤੇ 6 ਮਹੀਨੇ ਸਾਨੂੰ ਬਾਅਦ ਬਸਤਰ ਦੇ ਦਿਆ ਕਰਿਓ, ਹੋਰ ਕੁਝ ਨਹੀਂ ਚਾਹੀਦਾ, ਸਾਨੂੰ ਆਪਣੀ ਫੌਜ ਵਿੱਚ ਰੱਖ ਲਓ। ਫੈਸਲੇ ਗੁਰੂ ਜੀ ਆਪ ਕਰਨ ਲੱਗ ਪਏ। ਮੁਸਲਮਾਨ ਵੀ ਇੱਥੇ ਆ ਕੇ ਫੈਸਲੇ ਕਰਾਉਣ ਲੱਗ ਪਏ ਕਿ ਜਿਹੜਾ ਫੈਸਲਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਰਨਗੇ ਉਹਦੇ ਵਿੱਚ ਕਿਸੇ ਦਾ ਪੱਖਪਾਤ ਨਹੀਂ ਹੋਏਗਾ, ਉਹ ਸੱਚਾ ਫੈਸਲਾ ਹੋਏਗਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਿਰ 4 ਜੰਗਾਂ ਲੜੀਆਂ ਤੇ ਉਹਨਾਂ ਵਿੱਚ ਜਿੱਤ ਪ੍ਰਾਪਤ ਕੀਤੀ। ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾਇਆ, ਬੰਦੀ ਛੋੜ ਕੇ ਲਾਏ। ਜੇ ਮਾਤਾ ਸੁਲੱਖਣੀ ਪੁੱਤ ਮੰਗਣ ਆਈ ਤੇ ਉਹਨੂੰ ਖੁਸ਼ ਹੋ ਕੇ 7 ਪੁੱਤ ਬਖਸ਼ ਦਿੱਤੇ। ਭਾਈ ਰੂਪੇ ਨੇ, ਭਾਈ ਸਾਧੂ ਨੇ ਯਾਦ ਕੀਤਾ ਤੇ ਘੋੜਾ ਦੜਾ ਕੇ ਖੇਤਾਂ ਵਿੱਚ ਉਹਨਾਂ ਕੋਲ ਪਹੁੰਚ ਗਏ। ਜੇ ਮਾਈ ਭਾਗ ਭਰੀ ਨੇ ਯਾਦ ਕੀਤਾ ਤੇ ਕਸ਼ਮੀਰ ਦੀ ਧਰਤੀ ਤੇ ਪਹੁੰਚ ਗਏ। ਤੇ ਜੇ ਕੋਈ ਸਿੱਖ ਆਇਆ ਵੀ ਮੈਂ ਵੇਖਾਂ ਵੀ ਗੁਰੂ ਨੂੰ ਜਵਾਬ ਆਉਂਦਾ ਮੇਰੇ ਸਵਾਲ ਦਾ, ਤੇ ਅਜੇ ਲਾਈਨ 'ਚ ਆ ਕੇ ਖਲੋਤਾ, ਅੰਤਰਜਾਮੀ ਗੁਰੂ ਨੇ ਆਖਿਆ ਅੱਗੇ ਆ ਕੇ ਮੱਥਾ ਟੇਕ ਲਾ। ਮੱਥਾ ਟੇਕਣ ਲੱਗਾ, ਕਹਿੰਦੇ ਮੱਥਾ ਬਾਅਦ ਟੇਕੀ, ਪਹਿਲਾਂ ਸਵਾਲ ਪੁੱਛ ਲੈ। ਤੇ ਭੁੱਬਾਂ ਮਾਰ ਕੇ ਰੋ ਪਿਆ। ਕਹਿਣ ਲੱਗੇ ਲੋਕਾਂ ਨੂੰ ਜਿੱਤਣ ਦੀ ਗੱਲ ਕਰਨ ਵਾਲਿਆ, ਆਪਣੀ ਜੀਵਨ ਦੀ ਬਾਜੀ ਜੂਏ ਵਿੱਚ ਹਾਰੀ ਜਾ ਰਹੇ, ਇਹਨੂੰ ਜਿੱਤਣ ਵੱਲ ਕਦੇ ਤੇਰਾ ਧਿਆਨ ਨਹੀਂ ਆਇਆ। ਤੇ ਫਿਰ ਗੁਰੂ ਦੀ ਝੂਰੀ ਵਿੱਚ ਟਿਕ ਗਿਆ। ਗੁਰੂ ਨੇ ਬਾਣੀ ਦੀ ਸੰਥਿਆ ਦਵਾਈ ਤੇ ਬੜੇ ਪਿਆਰ ਨਾਲ ਬਾਣੀ ਪੜ੍ਹਨ ਲੱਗਾ, ਜਿਹਨੂੰ ਸੁਣ ਕੇ ਮਾਤਾ ਭਾਗ ਭਰੀ ਦੇ ਅੰਦਰ ਦਰਸ਼ਨਾਂ ਦੀ ਲਾਲਸਾ ਪੈਦਾ ਹੋਈ ਤੇ ਗੁਰੂ ਨੂੰ ਯਾਦ ਕਰਦੀ ਦੇ ਨੇਤਰ ਅੰਨੇ ਹੋ ਗਏ। ਗੁਰੂ ਵਾਸਤੇ ਬਸਤਰ ਬਣਾਇਆ ਤੇ ਯਾਦ ਕਰਦੀ ਇੱਕ ਦਿਨ ਦਰਸ਼ਨ ਦਿਓ ਤੇ ਭੇਟਾ ਲੈ ਲਓ। ਇੱਕ ਦਿਨ ਗੁਰੂ ਸਾਹਿਬ ਜੀ ਪਹੁੰਚ ਗਏ, ਵੇਖਦੇ ਮਾਈ ਨੂੰ ਨਜ਼ਰ ਨਹੀਂ ਆਉਂਦਾ। ਉਹਦੇ ਵਿਹੜੇ ਵਿੱਚ ਬਰਛਾ ਮਾਰਿਆ ਤੇ ਪਾਣੀ ਦਾ ਫੁਹਾਰਾ ਫੁੱਟਿਆ। ਕਹਿੰਦੇ ਨੇਤਰ ਧੋ ਲੈ, ਨਜ਼ਰ ਆ ਜਾਏਗੀ ਤੇ ਰੱਜ ਕੇ ਦਰਸ਼ਨ ਕਰ ਲਈ। ਮਾਤਾ ਨੇ ਨੇਤਰ ਧੋਤੇ ਤੇ ਉਹਨੂੰ ਦਿਸਣ ਲੱਗ ਪਿਆ। ਗੁਰੂ ਦੇ ਰੱਜ ਰੱਜ ਕੇ ਦਰਸ਼ਨ ਕੀਤੇ। ਜਦੋਂ ਚੱਲਣ ਲੱਗੇ ਕਹਿੰਦੀ ਰੁਕ ਜਾਓ, ਮੇਰੇ ਕੁਝ ਪ੍ਰਾਣ ਬਾਕੀ ਨੇ। ਸਤਿਗੁਰੂ ਰੁਕ ਗਏ, ਹਜ਼ੂਰੀ ਵਿੱਚ ਪ੍ਰਾਣ ਤਿਆਗੇ ਤੇ ਸੱਚਖੰਡ ਪਹੁੰਚ ਗਈ। ਐਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀਰੀ ਦੇ ਮਾਲਕ, ਜਿਨ੍ਹਾਂ ਦਾ ਆਪਾਂ ਪ੍ਰਕਾਸ਼ ਗੁਰਪੁਰਬ ਮਨਾਉਂਦੇ ਹੋਏ ਜੁੜ ਬੈਠੇ। ਅੱਜ ਜਿਨ੍ਹਾਂ ਦਾ ਪਹਿਲਾ ਨਾਮ ਮਾਧੋ ਦਾਸ, ਕਹਿੰਦੇ ਲਛਮਣ ਦੇਵ ਮਾਪਿਆਂ ਨੇ ਨਾਮ ਰੱਖਿਆ। ਸ਼ਿਕਾਰੀ ਬਿਰਤੀ, ਪਿਤਾ ਪੁਰਖੀ ਸੁਭਾਅ। ਇੱਕ ਦਿਨ ਹਿਰਨੀ ਦਾ ਸ਼ਿਕਾਰ ਹੋਇਆ। 16 ਅਕਤੂਬਰ 1670 ਦਾ ਇਹਦਾ ਜਨਮ ਹੈ। ਤੇ ਅੰਦਰ ਵੈਰਾਗ ਆ ਗਿਆ, ਕਮਾਨ ਤੋੜ ਦਿੱਤਾ, ਤੀਰ ਸੁੱਟ ਦਿੱਤੇ ਨਦੀ ਵਿੱਚ ਤੇ ਵੈਰਾਗ ਆ ਗਿਆ। ਇੱਕ ਸਾਧੂਆਂ ਦੀ ਮੰਡਲੀ ਆਈ, ਉਹਨਾਂ ਨਾਲ ਰਲ ਗਿਆ। ਕਹਿੰਦੇ ਰਾਮਦਾਸ ਗੁਰੂ ਵੀ ਧਾਰਨ ਕੀਤਾ, ਜਾਨਕੀ ਪ੍ਰਸਾਦ ਵੀ ਗੁਰੂ ਧਾਰਨ ਕੀਤਾ। ਫਿਰ ਔਗੜਨਾਥ ਦਾ ਚੇਲਾ ਬਣ ਗਿਆ ਤੇ ਦੱਖਣ ਦੀ ਧਰਤੀ ਤੇ ਪਹੁੰਚ ਗਿਆ। ਔਗੜਨਾਥ ਤੋਂ ਬਾਅਦ ਫਿਰ ਇਹ ਗੱਦੀ ਦਾ ਮਾਲਕ ਬਣਿਆ, ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ। ਇਹਨੇ ਆਪਣੇ ਡੇਰੇ ਵਿੱਚ ਪਲੰਘ ਡਾਹਿਆ, ਉਸ ਪਲੰਘ ਤੇ ਕੋਈ ਆ ਕੇ ਬਹਿੰਦਾ, ਸ਼ਕਤੀ ਨਾਲ ਉਹਨੂੰ ਉਲਟਾ ਦਿੰਦਾ। ਜਦੋਂ ਬਹਿਣ ਵਾਲਾ ਡਿੱਗ ਪੈਂਦਾ ਤਾੜੀ ਮਾਰ ਕੇ ਹੱਸਦਾ। ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਏ, ਉਸ ਦਿਨ ਇਹ ਆਪਣੇ ਡੇਰੇ ਵਿੱਚ ਨਹੀਂ, ਗੁਰੂ ਸਾਹਿਬ ਜੀ ਜਾ ਕੇ ਬੈਠ ਗਏ। ਜਾ ਕੇ ਇਹਦੇ ਚੇਲਿਆਂ ਨੇ ਦੱਸਿਆ ਕਿ ਇੱਕ ਪੀਰ ਆਇਆ, ਇੱਕ ਸਾਧੂ ਆਇਆ, ਨਾਲ ਉਹਦੇ ਚੇਲੇ ਨੇ। ਬੜਾ ਪ੍ਰਤਾਪ ਹੈ ਚਿਹਰੇ ਦੇ ਉੱਤੇ, ਤੇ ਉਹਨਾਂ ਨੇ ਤੇਰੇ ਆਸ਼ਰਮ ਦੇ ਇੱਕ ਕੋਨੇ ਵਿੱਚ ਬੱਕਰਿਆਂ ਨੂੰ ਵੱਢ ਕੇ ਤੇ ਮਾਸ ਰਿੰਨਣਾ ਵੀ ਧਰ ਦਿੱਤਾ ਹੈ। ਸਮਝਾਉਣ ਦਾ ਤਰੀਕਾ ਸੀਗਾ ਇੱਕ, ਜੀਵਾਂ ਦੀ ਕਲਿਆਣ ਗੁਰੂ ਦੇ ਹੱਥੋਂ ਹੋਣੀ ਹੋਵੇ
ਗੁਰੂ ਕੌਤਕ ਵਰਤਾਉਂਦੇ ਨੇ। ਜਦੋਂ ਇਹਨੇ ਆਪਣੀਆਂ ਸ਼ਕਤੀਆਂ ਵਰਤਾਈਆਂ ਤੇ ਹੁਣ ਇਹਦੀ ਸ਼ਕਤੀ ਕੰਮ ਨਹੀਂ ਕੀਤੀ। ਫਿਰ ਆ ਕੇ ਜਦੋਂ ਸਾਹਮਣੇ ਦੇਖਦਾ ਕਹਿੰਦਾ ਮੈਨੂੰ ਦੱਸੋ ਤੁਸੀਂ ਕੌਣ ਹੋ? ਸਤਿਗੁਰੂ ਕਹਿੰਦੇ ਜਿਹਨੂੰ ਤੂੰ ਜਾਣਦਾ। ਫਿਰ ਸੋਚ ਕੇ ਕਹਿੰਦਾ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਨਹੀਂ? ਸਤਿਗੁਰੂ ਕਹਿੰਦੇ ਤੂੰ ਠੀਕ ਪਛਾਣਿਆ। ਗੁਰੂ ਸਾਹਿਬ ਨੂੰ ਕਹਿੰਦਾ ਤੁਸੀਂ ਮੇਰਾ ਆਸ਼ਰਮ ਅਪਵਿੱਤਰ ਕਰ ਦਿੱਤਾ। ਗੁਰੂ ਸਾਹਿਬ ਕਹਿਣ ਲੱਗੇ ਉਹ ਕਿਵੇਂ? ਕਹਿੰਦੇ ਮੇਰੇ ਆਸ਼ਰਮ ਦੇ ਵਿੱਚ ਤੁਸੀਂ ਖੂਨ ਡੋਲ ਦਿੱਤਾ। ਕਹਿੰਦੇ ਖੂਨ ਇੱਕ ਕੋਨੇ ਤੇ ਡੁੱਲਿਆ, ਤੇਰਾ ਆਸ਼ਰਮ ਤੇਰੇ ਬੈਠਣ ਦੀ ਜਗ੍ਹਾ ਦੂਜੇ ਕੋਨੇ ਤੇ ਹੈ। ਕਹਿੰਦਾ ਹੈ ਤੇ ਮੇਰੇ ਆਸ਼ਰਮ ਦੀ ਹੱਦ ਹੀ ਨਾ। ਤੇ ਸਤਿਗੁਰੂ ਕਹਿਣ ਲੱਗੇ ਇਹ ਤੇਰਾ ਆਸ਼ਰਮ ਹਿੰਦੁਸਤਾਨ ਦੀ ਹੱਦ ਵਿੱਚ ਹੈ ਜਾਂ ਹੱਦ ਤੋਂ ਬਾਹਰ ਹੈ? ਕਹਿਣ ਲੱਗਾ ਹਿੰਦੁਸਤਾਨ ਦੀ ਹੱਦ ਵਿੱਚ ਹੈ। ਸਤਿਗੁਰੂ ਕਹਿਣ ਲੱਗੇ ਤੇਰੇ ਆਸ਼ਰਮ ਦੇ ਇੱਕ ਕੋਨੇ ਵਿੱਚ ਖੂਨ ਡੁੱਲਿਆ, ਤੂੰ ਸਮਝ ਲਿਆ ਕਿ ਮੇਰਾ ਸਾਰਾ ਆਸ਼ਰਮ ਅਪਵਿੱਤਰ ਹੋ ਗਿਆ। ਤੇ ਇਹ ਜਿਹੜਾ ਤੇਰਾ ਆਸ਼ਰਮ ਹੈ ਹਿੰਦੁਸਤਾਨ ਦੀ ਹੱਦ ਵਿੱਚ ਆਉਂਦਾ ਹੈ। ਤੇ ਜਿਸ ਹਿੰਦੁਸਤਾਨ ਦੇ ਵਿੱਚ, ਜਿਸ ਪੰਜਾਬ ਦੀ ਧਰਤੀ ਤੇ ਚੱਪੇ ਚੱਪੇ ਤੇ ਨਿਰਦੋਸ਼ਿਆਂ ਦਾ ਖੂਨ ਡੋਲਿਆ ਗਿਆ ਹੋਵੇ, ਉਹ ਧਰਤੀ ਤੇਰੇ ਅਨੁਸਾਰ ਅਪਵਿੱਤਰ ਹੋ ਗਈ। ਤੇ ਤੇਰਾ ਆਸ਼ਰਮ ਕਿੱਦਾਂ ਪਵਿੱਤਰ ਰਿਹਾ? ਗੁਰੂ ਸਾਹਿਬ ਜੀ ਨੇ ਸਾਰਾ ਕੁਝ ਦੱਸਿਆ। ਕਿੱਦਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੇ ਉਹਨਾਂ ਦੇ ਜਾਨੋਂ ਪਿਆਰੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਕਿਸ ਤਰ੍ਹਾਂ ਵੱਡੇ ਸਾਹਿਬਜ਼ਾਦਿਆਂ ਨੂੰ 10 ਲੱਖ ਦਾ ਘੇਰਾ ਪਾਇਆ ਤੇ 40 ਭੁੱਖਣ ਭਾਣੇ ਸਿੰਘ ਸ਼ਹੀਦ ਕੀਤੇ। ਕਿਸ ਤਰ੍ਹਾਂ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ। ਇਹ ਸਾਰਾ ਬਿਰਤਾਂਤ ਜਦੋਂ ਇਸ ਮਾਧੋ ਦਾਸ ਨੇ ਸੁਣਿਆ, ਨੇਤਰ ਲਾਲ ਹੋ ਗਏ, ਡੋਰੇ ਫਰਕਣ ਲੱਗੇ। ਕਹਿੰਦਾ ਸਤਿਗੁਰੂ ਮੈਨੂੰ ਹੁਕਮ ਕਰੋ। ਤੇ ਗੁਰੂ ਸਾਹਿਬ ਜੀ ਨੇ ਇਹਨੂੰ ਅੰਮ੍ਰਿਤਪਾਨ ਕਰਵਾਇਆ ਤੇ ਨਾਂ ਰੱਖਿਆ ਗੁਰਬਖਸ਼ ਸਿੰਘ। ਤੇ ਜਦੋਂ ਗੁਰੂ ਨੂੰ ਆ ਕੇ ਮਿਲਿਆ ਸੀ ਤੇ ਗੁਰੂ ਨੇ ਪੁੱਛਿਆ ਸੀ ਕਿ ਤੂੰ ਕੌਣ ਹੈ? ਤੇ ਇਹਨੇ ਆਖਿਆ ਸੀ ਮੈਂ ਬੰਦਾ। ਕਹਿੰਦੇ ਕਿਹਦਾ ਬੰਦਾ? ਕਹਿਣ ਲੱਗਾ ਮੈਂ ਤੁਹਾਡਾ ਬੰਦਾ। ਇਸ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨਾਂ ਜ਼ਿਆਦਾ ਮਸ਼ਹੂਰ ਹੋ ਗਿਆ, ਪਰ ਅੰਮ੍ਰਿਤਪਾਨ ਕਰਨ ਤੋਂ ਬਾਅਦ ਇਹਦਾ ਨਾਂ ਗੁਰਬਖਸ਼ ਸਿੰਘ ਰੱਖਿਆ ਗਿਆ। ਗੁਰੂ ਸਾਹਿਬ ਜੀ ਅਜੇ ਨੰਦੇੜ ਦੀ ਧਰਤੀ ਤੇ ਨੇ। ਇੱਧਰੋਂ 2 ਪਠਾਨ ਗਏ, ਉਹਨਾਂ ਨੇ ਗੁਰੂ ਜੀ ਤੇ ਹਮਲਾ ਕੀਤਾ ਹੈ। ਤੇ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਤੇ ਹਮਲਾ ਕੀਤਾ? ਇੱਕ ਗੁਰੂ ਦੇ ਹੱਥੋਂ ਮਾਰਿਆ ਗਿਆ ਤੇ ਇੱਕ ਸਿੱਖਾਂ ਨੇ ਮਾਰ ਦਿੱਤਾ। ਇਸ ਹਮਲੇ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨੰਦੇੜ ਦੀ ਧਰਤੀ ਤੋਂ ਤੋੜ ਦਿੱਤਾ ਸੀ, ਕਿਉਂਕਿ ਅੰਤਰਜਾਮੀ ਪਾਤਸ਼ਾਹ ਜਾਣਦੇ ਨੇ ਭਾਣਾ ਵਰਤਨੇ। ਤੇ ਜੇ ਬਾਬਾ ਬੰਦਾ ਸਿੰਘ ਬਹਾਦਰ ਇੱਥੇ ਹੋਇਆ, ਕਿਤੇ ਲੋਕ ਇਹ ਗੱਲ ਨਾ ਕਹਿਣ ਲੱਗ ਪੈਣ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੱਦੀ ਦੇ ਗਏ ਨੇ। ਇਸ ਵਾਸਤੇ 5 ਪਿਆਰੇ ਤੇ ਨਾਲ 5 ਤੀਰ ਨਿਸ਼ਾਨ ਸਾਹਿਬ ਨਗਾਰਾ ਦੇ ਕੇ 25 ਸਿੰਘ ਗੁਰੂ ਨੇ ਦੇ ਕੇ ਤੋਰਿਆ ਸੀ। ਆਖਿਆ ਜਦੋਂ ਤੈਨੂੰ ਕੁਝ ਸਮਝ ਨਾ ਆਵੇ ਉਦੋਂ ਗੁਰੂ ਦੇ ਅੱਗੇ ਅਰਦਾਸ ਕਰੀ, ਗੁਰੂ ਹਾਜ਼ਰ ਨਾਜ਼ਰ ਹੋ ਕੇ ਤੇਰੇ ਕਾਰਜ ਰਾਸ ਕਰੇਗਾ। ਪੰਜਾਬ ਦੀ ਧਰਤੀ ਤੇ ਇਹ ਆਇਆ ਤੇ ਇੱਕ ਸਮੇਂ ਫੌਜ ਬੜੀ ਇਕੱਠੀ ਹੋ ਗਈ, ਪਰ ਲੰਗਰ ਪ੍ਰਸ਼ਾਦ ਵਾਸਤੇ ਰਸਤ ਨਹੀਂ, ਕੋਈ ਪੈਸਾ ਨਹੀਂ। ਇਹਨਾਂ ਨੂੰ ਯਾਦ ਆਇਆ ਤੇ ਅਰਦਾਸ ਕੀਤੀ। ਜਦੋਂ ਜਕਾਰਾ ਛੱਡਿਆ ਤੇ ਮੁੜ ਕੇ ਪਿੱਛੇ ਦੇਖਿਆ 2 ਸਿੰਘ ਖੜੇ ਨੇ। ਤੇ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗਾ ਤੁਹਾਨੂੰ ਪਹਿਲਾਂ ਨਹੀਂ ਦੇਖਿਆ, ਤੁਸੀਂ ਕੌਣ ਹੋ? ਉਹ ਕਹਿਣ ਲੱਗੇ ਅਸੀਂ ਤਾਂ ਗੁਰੂ ਦੇ ਖਾਲਸੇ ਨੂੰ ਲੱਭਦੇ ਆਏ ਆ, ਅਸੀਂ ਆ ਮਾਇਆ ਲੈ ਕੇ ਆਏ ਆ। ਉਹਨਾਂ ਨੇ ਮੋਹਰਾਂ ਦੀਆਂ ਥੈਲੀਆਂ ਦਿੱਤੀਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸੇ ਵਿੱਚ ਵੰਡ ਦਿੱਤੀਆਂ, ਲੰਗਰ ਪ੍ਰਸ਼ਾਦ ਦਾ ਪ੍ਰਬੰਧ ਕੀਤਾ। ਗੁਰੂ ਅੱਜ ਵੀ ਸਾਡੇ ਅੰਗ ਸੰਗ ਹੈ। ਜਦੋਂ ਅਸੀਂ ਅਰਾਧੀਏ ਗੁਰੂ ਹਰ ਸਮੇਂ ਸਾਡੀ ਬੌੜੀ ਕਰਦਾ ਹੈ। ਪਰ ਮੈਂ ਪਹਿਲਾਂ ਕਿਹਾ ਸੀ ਭਰੋਸੇ ਦਾ ਜਿਹੜਾ ਬਰਤਨ ਹੈ ਉਹ ਸਾਡੇ ਕੋਲ ਹੋਣਾ ਚਾਹੀਦਾ ਸੇ। ਸਾਡੇ ਅੰਦਰ ਭਰੋਸਾ ਹੋਵੇਗਾ, ਗੁਰੂ ਦਾਤ ਦੇਣ ਲੱਗਿਆਂ ਦੇਰ ਨਹੀਂ ਜੇ ਲਾਉਂਦਾ। ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਧਰਤੀ ਤੇ ਸਿੱਖ ਰਾਜ ਕਾਇਮ ਕੀਤਾ। ਕਿਉਂਕਿ ਆਪਾਂ ਸੰਖੇਪ ਵਿੱਚ ਜ਼ਿਕਰ ਕਰ ਰਹੇ ਹਾਂ,
ਔਰ ਜਿਹੜੇ ਕਿਸਾਨ ਸਨ ਉਹਨਾਂ ਨੂੰ ਖੇਤਾਂ ਦੇ ਮਾਲਕ ਬਣਾਇਆ ਔਰ ਗੁਰਦਾਸ ਨੰਗਲ ਦੀ ਗੜੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ 8 ਮਹੀਨੇ ਘੇਰਾ ਪਾਈ ਰੱਖਿਆ। ਅਖੀਰ ਭੁੱਖੇ ਭਾਣੇ ਰੱਖ ਕੇ, ਕਿਉਂਕਿ ਅੱਧੀ ਫੌਜ ਬਾਬਾ ਬਨੋਦ ਸਿੰਘ ਜੀ ਲੈ ਕੇ ਨਿਕਲ ਗਏ ਸਨ ਤੇ ਬਾਬਾ ਬੰਦਾ ਸਿੰਘ ਬਹਾਦਰ ਅੱਧੀ ਫੌਜ ਲੈ ਕੇ ਅੰਦਰ ਸਨ। ਅਖੀਰ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦਿੱਲੀ ਲਿਆਂਦਾ ਗਿਆ। ਰਸਤੇ ਵਿੱਚੋਂ ਨੌਜਵਾਨਾਂ ਨੂੰ ਪਕੜ ਕੇ ਉਹਨਾਂ ਦੇ ਸਿਰ ਲਾਏ ਗਏ। ਇੱਥੋਂ ਤੱਕ ਕਿ ਜਿਹੜੀਆਂ ਨੌਜਵਾਨ ਬੱਚੀਆਂ ਸਨ ਉਹਨਾਂ ਦੇ ਵੀ ਸਿਰ ਕਲਮ ਕੀਤੇ ਗਏ ਕਿ ਬਾਦਸ਼ਾਹ ਨੂੰ ਦੱਸਣ ਵਾਸਤੇ ਵੀ ਮੁੱਛ ਫੁੱਟ ਨੌਜਵਾਨ ਨੇ, ਇਹ ਵੀ ਸਾਡੇ ਨਾਲ ਜੰਗ ਦੇ ਮੈਦਾਨ ਵਿੱਚ ਲੜਨ ਆਏ ਸਨ। 700 ਸਿਰਾਂ ਦੇ ਗੱਡੇ, ਇਹ ਇਤਿਹਾਸਕਾਰ ਲਿਖਦੇ ਨੇ ਕਿ ਸਿੰਘਾਂ ਨੂੰ ਜਦੋਂ ਦਿੱਲੀ ਲਿਆਏ ਤੇ ਸ਼ਾਲੀਮਾਰ ਬਾਗ ਦੇ ਅੰਦਰ ਇੱਕ ਪਾਰਕ ਹੈ, ਉਹਦੇ ਅੰਦਰ ਉਹ ਸਥਾਨ ਅੱਜ ਵੀ ਬਿਲਡਿੰਗਾਂ ਬਣੀਆਂ ਹੋਈਆਂ ਨੇ, ਜਿੱਥੋਂ ਫਿਰ ਅੱਗੇ ਚੰਗੀ ਤਰ੍ਹਾਂ ਜਲੂਸ ਦੀ ਸ਼ਕਲ ਬਣਾਈ ਗਈ ਹੈ। ਤੇ ਇੱਥੋਂ ਇਹ ਜਿਹੜਾ ਨਾਨਕ ਪਿਆਓ ਵਾਲਾ ਰਸਤਾ ਹੈ, ਇੱਥੋਂ ਇਹ ਤਰਪੋਲੀਆ ਗੇਟ ਲੰਘਦੇ ਹੋਏ ਤੇ ਲਾਲ ਕਿਲੇ ਦੇ ਸਾਹਮਣੇ ਪਹੁੰਚਾਏ ਗਏ ਨੇ। ਉੱਥੋਂ ਫਿਰ ਜਿਹੜੀਆਂ ਮਾਤਾਵਾਂ ਸਨ, ਜਿੱਦਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਘਰ ਵਾਲੀ ਤੇ ਕੁਝ ਨਾਲ ਹੋਰ ਬੀਬੀਆਂ ਸਨ, ਉਹਨਾਂ ਨੂੰ ਲਾਲ ਕਿਲੇ ਦੇ ਅੰਦਰ ਅੱਜ ਵੀ ਇੱਕ ਜਨਾਨਾ ਆਮ ਹੈ, ਇੱਕ ਜਨਾਨਾ ਖਾਸ ਹੈ। ਤੇ ਜਿਹੜਾ ਜਨਾਨਾ ਖਾਸ ਹੈ ਉਹਦੇ ਅੰਦਰ ਭੇਜਿਆ ਗਿਆ। ਤੇ ਸਿੰਘਾਂ ਨੂੰ ਜਿਹੜਾ ਲਾਲ ਕਿਲੇ ਦੇ ਪਿਛਲੇ ਬੰਨੇ ਕਿਲਾ ਹੈ, ਉਹਦੇ ਅੰਦਰ ਇੱਕ ਬਿਲਡਿੰਗ ਹੈ ਤਰਪੋਲੀਆ, ਉਸ ਨੂੰ ਵੀ ਕਹਿੰਦੇ ਨੇ, ਉੱਥੇ ਕੈਦ ਕੀਤਾ ਗਿਆ। ਤੇ ਰੋਜ਼ 100 ਦੀ ਗਿਣਤੀ ਦਿੱਲੀ ਜਿਹੜਾ ਰੇਲਵੇ ਸਟੇਸ਼ਨ ਹੈ ਪੁਰਾਣੀ ਦਿੱਲੀ, ਉਹਦੇ ਸਾਹਮਣੇ ਵਾਲੀ ਜਗ੍ਹਾ, ਉੱਥੇ ਰੋਜ਼ 100 ਦੀ ਗਿਣਤੀ ਵਿੱਚ ਸਿੰਘਾਂ ਨੂੰ ਕਤਲ ਕਰਦੇ ਸਨ। ਤੇ ਇੱਕ ਦਿਨ ਆਇਆ ਜਦੋਂ ਕੁਝ ਕੁ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮੁਖੀ ਸਿੰਘ ਬਚ ਗਏ, ਉਹਨਾਂ ਨੂੰ ਫਿਰ ਜਿੱਥੇ ਹੁਣ ਅੱਜ ਕੱਲ੍ਹ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਮੈਰੋਲੀ ਹੈ, ਉੱਥੇ ਲਿਜਾ ਕੇ ਸ਼ਹੀਦ ਕੀਤਾ ਗਿਆ ਹੈ। ਇੱਕ ਵੀ ਸਿੱਖ ਨੇ ਇਹ ਨਹੀਂ ਕਿਹਾ ਕਿ ਮੈਂ ਇਸਲਾਮ ਕਬੂਲ ਕਰਦਾ ਵਾਂ, ਮੈਨੂੰ ਛੱਡ ਦਿਓ। ਸਗੋਂ ਜਿਹਦੀ ਮਾਂ ਪਿੱਛੋਂ ਆਈ, ਉਹਨੇ ਆਖਿਆ ਮੇਰਾ ਪੁੱਤ ਸਿੱਖ ਨਹੀਂ, ਇਹਨੇ ਕੇਸ ਰੱਖੇ ਹੋਏ ਨੇ, ਇਹਨੂੰ ਪਕੜ ਕੇ ਲੈ ਆਏ ਤੇ ਹੁਕਮ ਹੋਇਆ ਜੇ ਉਹ ਕਹਿ ਦੇਵੇ ਮੈਂ ਸਿੱਖ ਨਹੀਂ, ਉਹਨੂੰ ਛੱਡ ਦਿੱਤਾ ਜਾਵੇ। ਉਸ ਬੱਚੇ ਨੇ ਆਖਿਆ ਇਹ ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਹਾਂ, ਮੈਨੂੰ ਵੀ ਉੱਥੇ ਪਹੁੰਚਾ ਦਿਓ ਜਿੱਥੇ ਮੇਰੇ ਨਾਲ ਦੇ ਭਰਾਵਾਂ ਨੂੰ ਪਹੁੰਚਾਇਆ। ਉਹ ਵੀ ਸ਼ਹੀਦ ਹੋ ਗਿਆ। ਇੱਕ ਵੀ ਸਿੱਖ ਨੇ ਪਿੱਛੇ ਪੈਰ ਨਹੀਂ ਹਟਾਇਆ। ਜਲਾਦ ਪੁੱਛਦਾ ਸੀ ਕਿ ਇੱਧਰ ਸੁੱਖ ਹੈ, ਵੱਡੀਆਂ ਵੱਡੀਆਂ ਪਦਵੀਆਂ ਨੇ, ਤੂੰ ਇੱਧਰ ਜਾਣਾ, ਇੱਧਰ ਮੌਤ ਦੇ ਘਾਟ ਉਤਾਰਿਆ ਜਾਵੇਗਾ। ਤੇ ਸਿੱਖ ਕਹਿੰਦੇ ਸਨ ਸਾਨੂੰ ਮੌਤ ਪਿਆਰੀ ਹੈ, ਅਸੀਂ ਪਦਵੀਆਂ ਨਹੀਂ ਲੈਣੀਆਂ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੱਖਾਂ ਨੂੰ ਵੀ ਸ਼ਹੀਦ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਬੇਟੇ ਨੂੰ ਉਹਨਾਂ ਦੀ ਗੋਦ ਵਿੱਚ ਬਿਠਾ ਕੇ ਉਹਨਾਂ ਨੂੰ ਆਖਿਆ ਇਹਦੇ ਛਾਤੀ ਵਿੱਚ ਛੁਰਾ ਮਾਰੋ। ਤੇ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਇਹ ਤੇ ਮੇਰਾ ਬੇਟਾ ਏ, ਤੁਸੀਂ ਮੈਨੂੰ ਦੁਸ਼ਮਣ ਦੇ ਬੇਟੇ ਦੀ ਛਾਤੀ ਵਿੱਚ ਵੀ ਛੁਰਾ ਮਾਰਨ ਲਈ ਕਹੋ, ਮੈਂ ਤੇ ਫਿਰ ਵੀ ਨਾ ਮਾਰਾਂ, ਕਿਉਂਕਿ ਮੇਰੇ ਗੁਰੂ ਦਾ ਹੁਕਮ ਹੈ ਨਾ ਬੱਚੇ ਤੇ ਵਾਰ ਕਰਨਾ, ਨਾ ਇਸਤਰੀ ਤੇ ਵਾਰ ਕਰਨਾ, ਨਾ ਬਜ਼ੁਰਗ ਤੇ ਵਾਰ ਕਰਨਾ, ਨਾ ਡਿੱਗੇ ਹੋਏ ਤੇ ਵਾਰ ਕਰਨਾ, ਨਾ ਨਿਹੱਥੇ ਤੇ ਵਾਰ ਕਰਨਾ, ਤੇ ਨਾ ਜਿਹੜਾ ਪਿੱਠ ਦੇ ਕੇ ਭਾਜੇ ਉਹਦੇ ਤੇ ਹੀ ਵਾਰ ਕਰਨਾ ਹੈ। ਅਸੀਂ ਤਾਂ ਸੂਰਮਿਆਂ ਤੇ ਵਾਰ ਕਰਦੇ ਹਾਂ, ਤੁਸੀਂ ਮੈਨੂੰ ਬੱਚੇ ਤੇ ਵਾਰ ਕਰਨ ਲਈ ਕਹਿ ਰਹੇ ਹੋ। ਫਿਰ ਜਲਾਦ ਨੇ ਫੜ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਨਾਂ ਦੇ ਸਪੁੱਤਰ ਅਜੇ ਸਿੰਘ ਦਾ ਇੱਥੋਂ ਕਲੇਜਾ ਕੱਢਿਆ ਛਾਤੀ ਚੀਰ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾ ਦਿੱਤਾ। ਕਹਿੰਦੇ ਤੁਹਾਨੂੰ ਕਿਹਾ ਸੀ ਨਾ ਇਸਲਾਮ ਕਬੂਲ ਕਰ ਲਓ, ਹੁਣ ਕੀ ਮਹਿਸੂਸ ਕੀਤਾ ਜੀ? ਪੁੱਤਰ ਦਾ ਕਲੇਜਾ ਤੁਹਾਡੇ ਮੂੰਹ ਵਿੱਚ ਪਾਇਆ ਗਿਆ ਹੈ, ਕੀ ਮਹਿਸੂਸ ਕੀਤਾ? ਤੇ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਕਿ ਜਦੋਂ ਇੱਕ ਨੌਜਵਾਨ ਉਹ ਬਰਾਤ ਲੈ ਕੇ
ਆਪਣੀ ਮੰਗ ਵਿਆਹੁਣ ਵਾਸਤੇ ਸਹੁਰੇ ਘਰ ਜਾਂਦਾ ਨਾ, ਉਹਦਾ ਮੂੰਹ ਮਿੱਠਾ ਕਰਾਇਆ ਜਾਂਦਾ ਹੈ। ਤੇ ਮੈਂ ਮਹਿਸੂਸ ਕੀਤਾ ਕਿ ਅੱਜ ਮੈਂ ਮੌਤ ਵਿਆਹੁਣ ਆਇਆ ਤੇ ਤੁਸੀਂ ਮੈਨੂੰ ਸਗਨਾਂ ਦੇ ਲੱਡੂ ਖਵਾਏ ਨੇ, ਬੱਚੇ ਦੀਆਂ ਆਂਦਰਾਂ ਕੱਢ ਲਈਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਵਿੱਚ ਪਾਤੀਆਂ। ਕਹਿੰਦੇ ਹੁਣ ਕੀ ਮਹਿਸੂਸ ਕਰਦੇ ਹੋ? ਕਹਿੰਦੇ ਜਦੋਂ ਇੱਕ ਬਾਦਸ਼ਾਹ ਜਿੱਤ ਜਾਂਦਾ ਹੈ ਤੇ ਹਾਰਿਆ ਹੋਇਆ ਬਾਦਸ਼ਾਹ ਉਹਦੇ ਗਲ ਵਿੱਚ ਜਿੱਤ ਦਾ ਹਾਰ ਪਾਉਂਦਾ ਹੈ, ਮੈਂ ਮਹਿਸੂਸ ਕੀਤਾ ਤੁਸੀਂ ਮੈਨੂੰ ਡੁਲਾ ਨਹੀਂ ਸਕੇ, ਤੁਸੀਂ ਮੈਨੂੰ ਈਨ ਮਨਾ ਨਹੀਂ ਸਕੇ। ਮੇਰੀ ਜਿੱਤ ਹੋਈ ਹੈ, ਤੁਹਾਡੀ ਹਾਰ ਹੋਈ ਹੈ, ਇਹ ਤੁਸੀਂ ਜਿੱਤ ਦਾ ਸਿਹਰਾ ਮੇਰੇ ਗਲ ਵਿੱਚ ਪਾਇਆ। ਕਿਹੜੀ ਮੌਤ ਮਰਨਾ ਪ੍ਰਵਾਨ ਕਰੋਗੇ? ਕਹਿੰਦੇ ਬਾਦਸ਼ਾਹ ਨੂੰ ਪੁੱਛ ਲਓ ਜਿਹੜੀ ਮੌਤ ਉਹ ਆਪ ਮਰਨਾ ਚਾਹੁੰਦਾ ਹੈ, ਕਿਉਂਕਿ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ, ਉਸੇ ਮੌਤ ਤੁਸੀਂ ਮੈਨੂੰ ਮਾਰ ਦਿਓ। ਬਾਬਾ ਬੰਦਾ ਸਿੰਘ ਬਹਾਦਰ ਦਾ ਸਰੀਰ ਜਮੂਰਾਂ ਦੇ ਨਾਲ ਨੋਚਿਆ ਗਿਆ, ਮਾਸ ਖਿੱਚਿਆ ਗਿਆ ਜਮੂਰਾਂ ਦੇ ਨਾਲ, ਉਹ ਵੀ ਗਰਮ ਜਮੂਰ, ਉਹਨਾਂ ਦੇ ਨਾਲ ਮਾਸ ਨੋਚਿਆ ਜਾ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਭਾਣੇ ਵਿੱਚ ਹਨ। ਅਖੀਰ ਇਤਿਹਾਸਕਾਰ ਲਿਖਦੇ ਨੇ ਅੱਖਾਂ ਵੀ ਕੱਢ ਦਿੱਤੀਆਂ, ਸਰੀਰ ਦੇ ਟੋਟੇ ਕਰ ਕਰਕੇ ਸ਼ਹੀਦ ਕਰ ਦਿੱਤਾ ਗਿਆ। ਕੁਝ ਬਰਾਦਰੀ ਦੇ ਲੋਕਾਂ ਨੇ, ਕੁਝ ਇਤਿਹਾਸਕਾਰ ਲਿਖਦੇ ਜਿੱਥੇ ਇਹ ਪੁਲ ਬਣਿਆ ਨਾ ਨਵਾਂ, ਜਿਹਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਪੁਲ ਰੱਖਿਆ, 12 ਮੂਲਾ ਇਹਦਾ ਨਾਂ ਸੀ ਪਹਿਲਾਂ, ਇੱਥੇ ਲਿਆ ਕੇ ਉਹਨਾਂ ਨੇ ਫਿਰ ਇਹ ਸਰੀਰ ਦਾ ਸੰਸਕਾਰ ਕੀਤਾ। ਇਹ ਮਹਾਨ ਜਰਨੈਲ ਤਸ਼ੀਏ ਝੱਲ ਗਿਆ ਆਪਣੇ ਸਰੀਰ ਦੇ ਉੱਤੇ, ਜ਼ੁਲਮ ਦਾ ਟਾਕਰਾ ਕਰਦੇ ਹੋਏ ਉਹਨੇ ਆਪਣਾ ਆਪਾ ਤੇ ਕੁਰਬਾਨ ਕਰ ਦਿੱਤਾ, ਪਰ ਵੈਰੀ ਦੀ ਗੱਲ ਨਹੀਂ ਮੰਨੀ। ਆਪਣੇ ਧਰਮ ਨੂੰ ਜੋ ਸਿਦਕ ਹੈ ਉਹ ਕੇਸਾਂ ਤੇ ਸਵਾਸਾਂ ਦੇ ਨਾਲ ਨਿਭਾਇਆ ਹੈ। ਐਸੇ ਮਹਾਨ ਜਰਨੈਲ ਨੂੰ ਕੋਟਾਨ ਕੋਟ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆਪਾਂ ਸਾਰਿਆਂ ਨੇ ਮਨਾਇਆ ਹੈ ਤੇ ਅੱਜ ਸ਼ਹੀਦੀ ਦਿਹਾੜਾ ਵੀ ਹੈ। ਤੇ ਮੈਂ ਇਹੀ ਕਹਾਂਗਾ ਕਿ ਆਪਾਂ, ਮੇਰੇ ਵੀ ਖਿਆਲ ਨਹੀਂ ਆਇਆ, ਅੱਗੇ ਤੋਂ ਆਪਾਂ ਇਹ ਵਿਚਾਰ ਕਰ ਲਿਆ ਕਰੀਏ ਕਿ ਆਪਾਂ ਇਹ ਵੱਖਰੇ ਵੱਖਰੇ ਦੋ ਦੀਵਾਨ ਹੋ ਸਕਦੇ ਨੇ। ਹੁਣ ਆਪਾਂ ਸੰਖੇਪ ਕਰਕੇ ਇਤਿਹਾਸ ਸਾਂਝਾ ਕੀਤਾ, ਇਹ ਵੱਖਰੇ ਵੱਖਰੇ ਦੋ ਦੀਵਾਨ ਹੋ ਸਕਦੇ ਨੇ ਤੇ ਅੱਗੇ ਤੋਂ ਆਪਾਂ ਇਸ ਤਰ੍ਹਾਂ ਹੀ ਕਰਨਾ ਹੈ। ਸਤਿਗੁਰੂ ਸਮੱਤ ਬਖਸ਼ਣ। ਬਹੁਤ ਧੰਨਵਾਦ ਹੈ ਪ੍ਰਬੰਧਕਾਂ ਦਾ, ਸੰਗਤਾਂ ਦਾ, ਬੜੇ ਪਿਆਰ ਦੇ ਨਾਲ ਆਪ ਜੀ ਨੇ ਸਰਵਣ ਕੀਤਾ ਹੈ। ਗੁਰੂ ਦੇ ਉਪਦੇਸ਼ ਆਪ ਜੀ ਦੇ ਹਿਰਦੇ ਵਿੱਚ ਵਸ ਜਾਣ। ਤੁਹਾਡੀਆਂ ਬਹੁਤੀਆਂ ਸੰਗਤਾਂ ਸਾਰੇ ਹੀ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਆਪ ਜੀ ਹਾਜ਼ਰੀ ਭਰਦੇ ਹੋ। ਇਸੇ ਤਰ੍ਹਾਂ ਜੁੜੇ ਰਹੋ, ਜੋੜਦੇ ਰਹੋ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਸਾਰੀ ਸੰਗਤ ਮਿਲ ਕਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹੋ। ਆਪ ਜੀ ਸਭ ਨੂੰ ਲੱਖ ਲੱਖ ਵਧਾਈ ਹੋਵੇ। ਔਰ ਅੱਜ ਦੇ ਦਿਨ ਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਨ ਵੀ ਆਪ ਜੀ ਇੱਥੇ ਮਨਾ ਰਹੇ ਹੋ। ਔਰ ਮੈਂ ਬੇਨਤੀ ਕੀਤੀ ਸੀ ਭਾਈ ਸਾਹਿਬ ਜੀ ਨੂੰ ਕਿ ਅੱਜ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਮਨਾ ਰਹੇ ਹਾਂ, ਮਗਰ ਉਹਦੇ 'ਚ ਸਾਡੇ ਕੋਲ ਲਿਖਣਾ ਰਹਿ ਗਿਆ ਸ਼ਹੀਦੀ ਦਿਨ, ਇਹ ਵੀ ਮਨਾਉਣਾ ਚਾਹੀਦਾ। ਇਹਨਾਂ ਦੀ ਜਿਹੜੀ ਸਲਾਹ ਹੈ ਕਿ ਅਲੱਗ-ਅਲੱਗ ਦੋ ਪ੍ਰੋਗਰਾਮ ਹੋ ਸਕਦੇ ਨੇ, ਅਸੀਂ ਅੱਗੋਂ ਤੋਂ ਧਿਆਨ ਰੱਖਾਂਗੇ ਕਿ ਅਸੀਂ ਦੋਨੋਂ ਹੀ ਪ੍ਰੋਗਰਾਮ ਇਸ ਤਰ੍ਹਾਂ ਅਲੱਗ-ਅਲੱਗ ਮਨਾਵਾ ਕਰਾਂਗੇ। ਔਰ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਿ ਉਹਨਾਂ ਨੇ 1.25 ਘੰਟੇ ਦੇ ਵਿੱਚ ਸਾਨੂੰ ਦੋ ਇਤਿਹਾਸ ਜਾਣੂ ਕਰਵਾਏ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਔਰ ਅੱਗੋਂ ਤੋਂ ਵੀ ਜਦੋਂ ਵੀ ਅਸੀਂ ਯਾਦ ਕਰਾਂਗੇ ਆਪ ਜੀ ਸਾਨੂੰ ਇਹ ਟਾਈਮ ਜ਼ਰੂਰ ਦਿਆ ਕਰਨਗੇ। ਔਰ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।